ਕਿਸਾਨੀ ਅੰਦੋਲਨ ਦੇ ਲਈ ਤਾਂ ਤੁਸੀਂ ਲੜੇ, ਪਰ ਤੁਹਾਡੇ ਤੇ ਇਹ ਵੀ ਇਲਜ਼ਾਮ ਨੇ ਕਿ ਤੁਸੀਂ ਕਿਸਾਨ ਜਥੇਬੰਦੀਆਂ ਦੇ ਉਲਟ ਬਿਆਨਬਾਜ਼ੀ ਕਰਦੇ ਰਹੇ, ਵਾਰ-ਵਾਰ ਚਾਹੇ ਉਹਨਾਂ ਦੀ ਆਲੋਚਨਾ ਕਹਿ ਲਓ, ਚਾਹੇ ਉਹਨਾਂ ਨੂੰ ਭੰਡਣਾ ਕਹਿ ਲਓ। ਇਹ ਖੁਦ ਆਪ ਹੀ ਉਹਨਾਂ ਨੇ ਇੱਕ ਗੱਲ ਸਿਰਜੀ ਵੀ ਮੈਂ ਉਹਨਾਂ ਨੂੰ ਭੰਡਦਾ ਰਿਹਾ। ਤੁਸੀਂ ਕਹਿੰਦੇ ਸੀ ਕਿ ਇਹ ਸ਼ਰਤ ਨਹੀਂ, ਇਹ ਮੰਗ ਨਹੀਂ, ਇਸ ਤਰ੍ਹਾਂ ਪ੍ਰੈਜ਼ੈਂਟ ਕਰਨਾ ਚਾਹੀਦਾ ਸਰਕਾਰ ਅੱਗੇ। ਇਸ ਤਰ੍ਹਾਂ ਦੀਆਂ ਜਿਵੇਂ ਤੁਸੀਂ ਜ਼ਿਆਦਾ ਉਹਨਾਂ ਨਾਲੋਂ ਪੜ੍ਹੇ ਲਿਖੇ ਜਾਂ ਜ਼ਿਆਦਾ ਆਪਣੇ ਆਪ ਨੂੰ ਬ੍ਰਿਲੀਅੰਟ ਇੰਟੈਲੈਕਚੁਅਲ ਸਮਝਦੇ ਹੋ। ਆਪਾਂ ਪਰਸਪੈਕਟਿਵ ਦੀ ਗੱਲ ਕੀਤੀ ਹੈ। ਹੁਣ ਉਹਨੂੰ ਜੇ ਇਸ ਤਰ੍ਹਾਂ ਪ੍ਰੈਜ਼ੈਂਟ ਕਰ ਦਿੱਤਾ ਜਾਂਦਾ ਵੀ ਵੇਖੋ ਦੀਪ ਸਿੱਧੂ ਆਪਦੇ ਆਪ ਨੂੰ ਕਿੰਨਾ ਇੰਟੈਲੈਕਚੁਅਲ ਸਮਝਦਾ ਹੈ ਨਾ, ਦੀਪ ਸਿੱਧੂ ਆਪਦੇ ਆਪ ਨੂੰ ਹੀ ਸਿਆਣਾ ਸਮਝਦਾ, ਬਾਕੀ ਸਾਰੇ ਕਮਲੇ ਹੀ ਹੋ ਗਏ। ਕਿਸਾਨ ਅੰਦੋਲਨ ਜਿੱਤਿਆ ਗਿਆ, ਹਾਂਜੀ, ਕਿਸ ਦੀ ਬਦੌਲਤ ਜਿੱਤਿਆ ਗਿਆ? ਕਿਸ ਨੂੰ ਕ੍ਰੈਡਿਟ ਲੱਗਦਾ ਕਿ ਤੁਹਾਨੂੰ ਇਹ ਇਸ ਕਰਕੇ ਜਿੱਤਿਆ ਗਿਆ? ਇਹ ਕ੍ਰੈਡਿਟ ਸਿਰਫ ਲੋਕਾਂ ਦਾ, ਕਿਸੇ ਦਾ ਵੀ ਨਹੀਂ। ਲੀਡਰਸ਼ਿਪ ਜਿਹੜੀ ਇੱਕ ਅਗਵਾਈ ਦੇਣੀ ਚਾਹੀਦੀ ਹੈ, ਉਹ ਲੀਡਰਸ਼ਿਪ ਨੇ ਨਹੀਂ ਦਿੱਤੀ। ਆਲੋਚਨਾ ਨੂੰ ਇਹ ਟੈਗ ਦੇ ਦਿੰਦੇ ਸੀ, ਸਰਟੀਫਿਕੇਟ ਦੇ ਦਿੰਦੇ ਸੀ ਵੀ ਇਹ ਆਰਐਸਐਸ ਦਾ, ਇਹ ਬੀਜੇਪੀ ਦਾ। ਐਡਵਾਂਟੇਜ ਕੀ ਸੀ? ਉਹਨਾਂ ਕੋਲ ਸਟੇਜ ਸੀ। ਰਾਜੇਵਾਲ ਸਾਹਿਬ ਉਹ ਇਹ ਕਹਿ ਰਹੇ ਆ ਵੀ ਡੱਲੇਵਾਲ ਸਾਹਿਬ ਵੀ ਆਰਐਸਐਸ ਤੇ ਬੀਜੇਪੀ ਦੇ ਆ। ਮਤਲਬ ਕੋਈ ਵੀ ਤੁਹਾਨੂੰ ਸਵਾਲ ਕਰਦਾ ਤੇ ਉਹ ਬੀਜੇਪੀ ਆਰਐਸਐਸ ਦਾ ਹੋ ਜਾਂਦਾ। ਅੱਛਾ, ਕੁਝ ਲੋਕ ਇਹ ਕਹਿੰਦੇ ਕਿ ਦੀਪ ਸਿੱਧੂ ਤਾਂ ਚਾਹੁੰਦਾ ਸੀਗਾ ਕਿ ਇਹ ਮੋਰਚਾ ਹਾਰ ਜਾਵੇ, ਚਾਹੁੰਦਾ ਤਾਂ ਦੀਪ ਸਿੱਧੂ ਸੀ ਹਾਂਜੀ ਕਿ ਪੋਲਿਟਿਕਸ 'ਚ ਆਇਆ ਜਾਵੇ, ਹਾਂਜੀ, ਪਰ ਜੋ ਘਟਨਾਕ੍ਰਮ ਵਾਪਰਿਆ ਉਹਦੇ ਵਿੱਚ ਉਹਨਾਂ ਕ੍ਰੈਡਿਟ ਦੀਪ ਸਿੱਧੂ ਨੂੰ ਮਿਲ ਨਹੀਂ ਸਕਿਆ। ਦੀਪ ਸਿੱਧੂ ਤੋਂ ਕ੍ਰੈਡਿਟ ਤਾਂ ਦੀਪ ਸਿੱਧੂ ਤਾਂ ਕਲੇਮ ਕਰੇ ਜੇ ਦੀਪ ਸਿੱਧੂ ਕ੍ਰੈਡਿਟ ਵਾਰ 'ਚ ਪਿਆ ਹੋਵੇ। ਇਹ ਇੱਕ ਜਿਹੜਾ ਕਾਮਰੇਡਾਂ ਦਾ ਤਬਕਾ ਪੰਜਾਬ 'ਚ ਨਾ, ਇਹ ਉਹ ਤਬਕਾ ਜਿਨ੍ਹਾਂ ਨੇ ਰੱਬ ਦੀ ਹੋਂਦ ਨੂੰ ਨਹੀਂ ਮੰਨਿਆ ਕਦੇ, ਨਾ ਹੀ ਮੰਨਣੇ। ਠੀਕ ਆ, ਕੋਈ ਗੱਲ ਨਹੀਂ, ਉਹਨਾਂ ਨੂੰ ਉਵੇਂ ਰਹਿਣ ਦਿਓ। ਪਰ ਪ੍ਰੋਬਲਮ ਕਿੱਥੇ ਆਉਂਦੀ ਹੈ? ਪ੍ਰੋਬਲਮ ਉੱਥੇ ਆਉਂਦੀ ਹੈ ਜਿੱਥੇ ਉਹ ਦੂਜਿਆਂ ਨੂੰ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੰਦੇ ਆ। ਕੋਈ ਹਿਊਮਨ ਰਾਈਟਸ ਡੇ ਵਾਲੇ ਦਿਨ, ਮਨੁੱਖੀ ਅਧਿਕਾਰਾਂ ਵਾਲੇ ਦਿਨ ਆਪਦੇ ਬੰਦੀ ਸਿੰਘਾਂ ਦੀ ਫੋਟੋ ਲੈ ਕੇ ਨਹੀਂ ਬੈਠੇ ਸੀ ਵੀ ਇਹਨਾਂ ਨੂੰ ਰਿਹਾ ਕਰੋ। ਤੁਸੀਂ ਤਾਂ ਨਕਸਲੀਆਂ ਦੀ ਫੋਟੋ ਲੈ ਕੇ ਬੈਠੇ ਸੀ, ਇਹਨਾਂ ਨੂੰ ਰਿਹਾ ਕਰੋ। ਫਿਰ ਛੁਡਾ ਲਓ ਨਾ ਉਹਨਾਂ ਨੂੰ। ਹੁਣ ਜਾ ਕੇ ਤੁਸੀਂ ਇਹ ਪੁੱਛੋ ਕਾਮਰੇਡਾਂ ਨੂੰ ਵੀ ਤੁਹਾਡੇ ਇਨਕਲਾਬ ਲਈ ਤੁਸੀਂ ਮੋਰਚਾ ਲਾਓਗੇ? ਜਿਹੜਾ ਤੁਸੀਂ ਇਨਕਲਾਬ ਦੀ ਗੱਲ ਕਰਦੇ ਹੋ ਵੀ ਅਸੀਂ ਇਨਕਲਾਬ ਲੈ ਕੇ ਆਉਣਾ, ਮੋਰਚਾ ਲਾ ਕੇ ਬਹਿ ਗਏ। ਇਹਨਾਂ ਨੂੰ ਆਪਦਾ ਪ੍ਰਿੰਸੀਪਲ ਹੀ ਪੁੱਛ ਲਓ। ਜਿਹੜੀ ਸਾਡੇ ਨਸ਼ੇ ਵੀ ਆ ਇੱਥੇ, ਉਹ ਵੀ ਇੱਕ ਜੈਨੋਸਾਈਡ ਪ੍ਰੋਸੈਸ ਦੇ ਅੰਡਰ ਹੋ ਰਹੀ ਹੈ। ਇੱਕ ਸਟੇਟ ਪਾਲਿਸੀ ਆ ਇਹ। ਅਦਰਵਾਈਜ਼ ਤੁਹਾਨੂੰ ਲੱਗਦਾ ਵੀ ਨਸ਼ੇ ਨਾ ਖਤਮ ਹੋਣਗੇ? ਜਦੋਂ ਤੁਸੀਂ ਕਿਹਾ ਨਾ ਆਪਾਂ ਇਹਨਾਂ ਨੂੰ ਭੰਡਦੇ ਸੀ, ਭੰਡਦੇ ਨਹੀਂ ਸੀ। ਆਪਾਂ ਇਹਨਾਂ ਨੂੰ ਸਿਰਫ ਇਹ ਗੱਲ ਕਹਿੰਦੇ ਸੀ ਵੀ ਤੁਸੀਂ ਕਾਮਰੇਡਾਂ ਵਾਲਾ ਏਜੰਡਾ ਉਹਦੇ ਤੇ ਅੰਦੋਲਨ ਨਾ ਲੜੋ, ਤੁਸੀਂ ਪਰਸਪੈਕਟਿਵ ਦਿਓ। ਕਿਉਂਕਿ ਜਦੋਂ ਪਰਸਪੈਕਟਿਵ ਤੇ ਅੰਦੋਲਨ ਲੜਿਆ ਜਾਂਦਾ ਨਾ, ਉਦੋਂ ਫਿਰ ਤੁਸੀਂ ਸਭ ਕੁਝ ਆਪਦਾ ਨਵਾਂ ਸਿਰਜਦੇ ਹੋ। ਉਦੋਂ ਜ਼ਮੀਨ ਵੀ ਤੇ ਅਸਮਾਨ ਵੀ ਆਪਦਾ ਸਿਰਜਦੇ ਹੋ। ਵੋਟਾਂ ਹੱਲ ਨਹੀਂ ਫਿਰ। ਸੋ ਵੋਟਾਂ, ਉਹ ਬੰਦਿਆਂ ਨੇ ਇਹ ਗੱਲ ਕੀਤੀ ਵੀ ਅਸੀਂ ਏਜੰਡੇ ਦੇਵਾਂਗੇ ਪੋਲਿਟਿਕਸ ਨੂੰ। ਹੁਣ ਤੁਸੀਂ ਦੇਖੋ, ਉਹਨਾਂ ਨੂੰ ਵੀ ਇਹ ਪਤਾ ਵੀ ਜੇ ਚੋਣਾਂ ਲੜਾਂਗੇ ਉਹ ਹੱਲ ਹੀ ਨਹੀਂ ਹੈ। ਤੇ ਅਸੀਂ ਇਹ ਦਾਅਵਾ ਜ਼ਰੂਰ ਕਰ ਚੁੱਕੇ ਹਾਂ ਵੀ ਅਸੀਂ ਪੰਜਾਬ ਖਾਤਰ ਖੜੇ ਹਾਂ, ਤੇ ਸਾਨੂੰ ਇੱਕ ਜਿਹੜੀ ਇਹ ਕੀੜੇ ਵੀ ਕੱਢਣੇ ਪੈਣੇ ਆ। ਚੋਣਾਂ ਹੱਲ ਨਹੀਂ ਆ। ਜੇ ਚੋਣਾਂ 'ਚ ਜਾਵਾਂਗੇ ਲੋਕ ਕਹਿਣਗੇ ਤੁਸੀਂ ਕੁਝ ਕਰ ਤਾਂ ਸਕੇ ਨਹੀਂ, ਕਰਨ ਦੀ ਉੱਥੇ ਕੋਈ ਸਮਰੱਥਾ ਹੀ ਹੈ ਨਹੀਂ, ਪਾਵਰ ਹੀ ਹੈ ਨਹੀਂ, ਤੇ ਲੋਕ ਗਾਲਾਂ ਕੱਢਣਗੇ। ਹੁਣ ਠੀਕ ਆ, ਤੁਸੀਂ ਪ੍ਰੈਸ਼ਰ ਗਰੁੱਪ ਬਣਾ ਲਓ, ਪਰ ਤੁਸੀਂ ਆਪਦਾ ਸਟੈਂਡ ਕਲੀਅਰ ਕਰੋ। ਵੱਧ ਅਧਿਕਾਰਾਂ ਤੇ ਤੁਹਾਡਾ ਕੀ ਸਟੈਂਡ ਆ? ਪੰਜਾਬ ਦੇ ਪਾਣੀਆਂ ਤੇ ਤੁਹਾਡਾ ਕੀ ਸਟੈਂਡ ਆ? ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਜਿਨ੍ਹਾਂ ਨੇ ਵੱਧ ਅਧਿਕਾਰਾਂ ਦੀ ਗੱਲ ਕੀਤੀ, ਉਹਨਾਂ ਤੇ ਤੁਹਾਡਾ ਕੀ ਸਟੈਂਡ ਆ? ਪੰਜਾਬ ਪੱਖੀ ਮਾਡਲ ਤੇ ਤੁਹਾਡਾ ਕੀ ਸਟੈਂਡ ਆ? ਤੇ ਇਸ ਸੈਂਟਰਲਾਈਜੇਸ਼ਨ ਆਫ ਪਾਵਰ, ਮੈਜੋਰਿਟੇਰੀਅਨ ਸਿਸਟਮ ਤੇ ਤੁਹਾਡਾ ਕੀ ਸਟੈਂਡ ਆ? ਫੇਰ ਦਾਅਵਾ ਕਰਿਓ ਵੀ ਤੁਸੀਂ ਪੰਜਾਬ ਦੀ ਲੜਾਈ ਲੜਦੇ ਹੋ, ਫੇਰ ਅਸੀਂ ਸਭ ਕੁਝ ਛੱਡ ਕੇ ਤੁਹਾਡੇ ਨਾਲ ਖੜ ਜਾਾਂਗੇ। ਇੱਕ ਪਾਸੇ ਸਾਡੇ ਆਹ ਜਿਹੜਾ ਸਾਰਾ ਕਾਮਰੇਡ ਲਾਣਾ ਬੈਠਾ, ਇਹ ਆਪ ਹੀ ਕਵਿਤਾ ਲਿਖ ਲੈਂਦੇ ਆ, ਆਪਦੇ ਬੰਦਿਆਂ ਨੂੰ ਸੁਣਾ ਕੇ ਆਪ ਹੀ ਤਾੜੀਆਂ ਮਾਰਨ ਲੱਗ ਜਾਂਦੇ ਆ। ਮੈਂ ਇਕੱਲਾ ਬੰਦਾ ਅਗੇਂਸਟ ਦਾ ਟਾਈਡ ਜਿਹੜੀ ਸਵਿਮਿੰਗ ਆ ਨਾ, ਉਹ ਕਰ ਰਿਹਾ ਵੀ ਕਰੰਟ ਪੂਰਾ ਪਾਣੀ ਦਾ ਵਹਾ ਇੱਧਰ ਨੂੰ ਅਤੇ ਮੈਂ ਇੱਧਰ ਨੂੰ ਲੱਗਿਆ ਹੋਇਆ। ਫਿਰ ਮੈਨੂੰ ਇਹ ਕਹਿ ਦਿੰਦੇ ਆ ਬੀਜੇਪੀ, ਆਰਐਸਐਸ। ਹੁਣ ਨਵੇਂ ਬੰਦੇ ਕਹਿ ਰਹੇ ਆ ਜਾਂ ਜਿਹੜੇ ਕਿਸਾਨ ਅੰਦੋਲਨ 'ਚ ਆਏ, ਉਹ ਇਹ ਕਹਿ ਰਹੇ ਆ ਵੀ ਹੁਣ ਅਸੀਂ ਪੰਜਾਬ ਮੋਰਚਾ ਜਿੱਤਣਾ। ਤੁਹਾਡੇ ਕੋਲੇ ਹੈ ਕੀ? ਕੋਈ ਬਲੂਪ੍ਰਿੰਟ ਹੈ ਤੁਹਾਡੇ ਕੋਲੇ? ਤੁਹਾਨੂੰ ਲੱਗਦਾ 70 ਸਾਲਾਂ 'ਚ ਇੱਥੇ ਕੋਈ ਇਮਾਨਦਾਰ ਬੰਦਾ ਹੀ ਨਹੀਂ ਆਇਆ? ਸਟਰਕਚਰ 'ਚ ਸਭ ਤੋਂ ਵੱਡੀ ਤਾਕਤ ਹੈ ਨਾ। ਹੁਣ ਅੱਜ ਦੇਖ ਲਓ, ਜਿਹੜੇ ਤਾਲਿਬਾਨ ਵਾਲੇ ਆ, ਕੱਲ ਤੱਕ ਉਹਨਾਂ ਨੂੰ ਟੈਰਰਿਸਟ ਕਹਿੰਦੇ ਸੀ, ਸਾਰੇ ਲੜਾਕੇ ਕਹਿੰਦੇ ਨੇ ਹਨਾ, ਹੁਣ ਉਹ ਕਹਿੰਦੇ ਆ ਜੁਝਾਰੂ ਆ। ਲੜਾਕੇ ਸਟਰਕਚਰ ਦੀ ਪਾਵਰ ਦੇਖੋ, ਉਹਨਾਂ ਨੇ ਇਹ ਸਟਰਕਚਰ ਕਿਵੇਂ ਐਸਟੈਬਲਿਸ਼ ਕੀਤਾ ਮੈਟਰ ਕਰਦਾ? ਹੁਣ ਕਿਹਦੀਆਂ ਗਰਦਨਾਂ ਲਾਹੀਆਂ ਜਾਂ ਕੀ ਕੀਤਾ, ਉਹ ਮੈਟਰ ਹੀ ਨਹੀਂ ਕਰ ਰਿਹਾ। ਭਾਜਪਾ ਪਾਰਟੀ ਬਹੁਤ ਝੁਕੀ ਆ, ਸਰਕਾਰ ਕੇਂਦਰ ਬਹੁਤ ਝੁਕੀ ਆ। ਇੱਕਦਮ ਸਾਰਾ ਕੁਝ ਕਿ ਤਿੰਨੇ ਖੇਤੀ ਕਾਨੂੰਨ, ਕੈਬਨਿਟ ਬੁਲਾਓ, ਲੋਕ ਸਭਾ 'ਚ, ਰਾਜ ਸਭਾ 'ਚ, ਰਾਸ਼ਟਰਪਤੀ ਦੀ ਮੋਹਰ, ਬਾਕੀ ਮੰਗਾਂ ਵੀ, ਸਾਰੀਆਂ ਚੀਜ਼ਾਂ ਮੰਨਣ ਨੂੰ ਤਿਆਰ ਹੋ ਗਏ। ਤੁਸੀਂ ਦੇਖੋ ਇਹਦੇ ਪਿੱਛੇ
ਇਹ ਪੋਲਿਟਿਕਸ ਜਿਹੜੀ ਸਾਹਮਣੇ ਚੱਲ ਰਹੀ ਆ ਉਹ ਨਹੀਂ ਆ ਨਾ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਨਾਲ ਹੀ ਕੁਝ ਸਾਡੇ ਬੰਦੀ ਸਿੰਘ ਰਿਹਾ ਹੋ ਰਹੇ ਹਾਂ, ਬਿਲਕੁਲ ਇੱਥੋਂ ਤੱਕ ਕਿ ਇਹ ਵੀ ਗੱਲ ਸੁਣੀ ਗਈ ਆ ਵੀ ਚੰਡੀਗੜ੍ਹ ਵੀ ਪੰਜਾਬ ਨੂੰ ਦੇਣ ਦੀ ਕੰਸੀਡਰ ਕੀਤੀ ਜਾ ਰਹੀ ਹੈ। ਸਟੇਟ ਨੇ ਵਾਕਈ ਪੰਜਾਬ ਦੇ ਲੋਕਾਂ ਦੀ ਮਾਨਸਿਕ ਨਸਲਕੁਸ਼ੀ ਕੀਤੀ ਹੈ। ਇਹ ਸਟੇਟ ਪਾਲਿਸੀ ਆ, ਉਹ ਤੁਹਾਨੂੰ ਜੋ ਤੁਹਾਡੇ ਅਸਲ ਮੁੱਦੇ ਆ ਉਹਨਾਂ ਤੇ ਆਉਣ ਹੀ ਨਹੀਂ ਦਿੰਦੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨ ਅੰਦੋਲਨ ਜਿੱਤਿਆ ਜਾ ਚੁੱਕਿਆ। 32 ਕਿਸਾਨ ਜਥੇਬੰਦੀਆਂ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ, ਪਰ ਇਸ ਦੇ ਨਾਲ ਹੀ ਇੱਕ ਨਾਮ ਅਜਿਹਾ ਵੀ ਸੀ ਜਿਹੜਾ ਵਿਵਾਦਾਂ ਦੇ ਵਿੱਚ ਵੀ ਰਿਹਾ, ਜਿਹੜਾ ਇਸ ਅੰਦੋਲਨ ਦੇ ਨਾਲ ਵੀ ਰਿਹਾ, ਪਰ ਕਿਸਾਨ ਜਥੇਬੰਦੀਆਂ ਦੇ ਬਿਆਨਬਾਜ਼ੀ ਜਿਹੜੀ ਉਲਟ ਹੋਣ ਦੇ ਇਲਜ਼ਾਮ ਵੀ ਲੱਗਦੇ ਰਹੇ। ਕਿਸਾਨ ਆਗੂ ਉਸ ਤੇ ਟਿੱਪਣੀਆਂ ਵੀ ਕਰਦੇ ਰਹੇ। ਤੁਸੀਂ ਸਮਝ ਗਏ ਹੋਵੋਗੇ, ਦੀਪ ਸਿੱਧੂ ਅਦਾਕਾਰ ਵੀ ਨੇ, ਵਾਰਿਸ ਪੰਜਾਬ ਸੰਸਥਾ ਦੇ ਨਾਲ ਵੀ ਜੁੜੇ ਹੋਏ ਨੇ ਤੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਵੱਡਾ ਰੋਲ ਉਹਨਾਂ ਨੇ ਨਿਭਾਇਆ ਏ। 26 ਜਨਵਰੀ ਲਾਲ ਕਿਲ੍ਹਾ ਸਭ ਨੂੰ ਯਾਦ ਹੋਣਾ। ਦੀਪ ਸਿੱਧੂ ਜੀ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਧੰਨਵਾਦ ਭਾਈ। ਜਿਸ ਢੰਗ ਦੇ ਨਾਲ ਤੁਹਾਨੂੰ ਦੇਖਿਆ ਜਾਂਦਾ ਏ ਤਾਂ ਉਹ ਇਹ ਲੋਕਾਂ ਦੇ ਵਿੱਚ ਇਮੇਜ ਗਈ ਕਿ ਕਿਸਾਨੀ ਅੰਦੋਲਨ ਦੇ ਲਈ ਤਾਂ ਤੁਸੀਂ ਲੜੇ, ਹਾਂਜੀ, ਪਰ ਤੁਹਾਡੇ ਤੇ ਇਹ ਵੀ ਇਲਜ਼ਾਮ ਨੇ ਕਿ ਤੁਸੀਂ ਕਿਸਾਨ ਜਥੇਬੰਦੀਆਂ ਦੇ ਉਲਟ ਬਿਆਨਬਾਜ਼ੀ ਕਰਦੇ ਰਹੇ ਵਾਰ-ਵਾਰ, ਚਾਹੇ ਉਹਨਾਂ ਦੀ ਆਲੋਚਨਾ ਕਹਿ ਲਓ, ਚਾਹੇ ਉਹਨਾਂ ਨੂੰ ਭੰਡਣਾ ਕਹਿ ਲਓ। ਇਹ ਕਿਉਂ ਹੁੰਦਾ ਰਿਹਾ? ਭੰਡਣਾ ਨਹੀਂ, ਇਹ ਖੁਦ ਆਪ ਹੀ ਉਹਨਾਂ ਨੇ ਇੱਕ ਗੱਲ ਸਿਰਜੀ ਵੀ ਮੈਂ ਉਹਨਾਂ ਨੂੰ ਭੰਡਦਾ ਰਿਹਾ। ਨਹੀਂ, ਜਾਂ ਉਹਨਾਂ ਨੂੰ ਇਹ ਕਹਿੰਦਾ ਰਿਹਾ ਇਹ ਤਾਂ ਵਿਕੇ ਹੋਏ ਆ। ਇਹੋ ਜਿਹੇ ਬਿਆਨ ਤੁਸੀਂ ਆਪਾਂ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨ੍ਹ ਸਕਦੇ ਹੁੰਦੇ, ਹੈ ਨਾ। ਕੋਈ ਆਪਾਂ ਜਦੋਂ ਇਹ ਗੱਲ ਕਰ ਰਹੇ ਹਾਂ, ਮੈਂ ਬੜਾ ਕੰਸਟਰਕਟਿਵ ਕ੍ਰਿਟਿਸਿਜ਼ਮ ਜਿਹਨੂੰ ਕਹਿੰਦੇ ਆ, ਆਲੋਚਨਾ ਪੰਜਾਬੀ ਚ ਜਿਹਨੂੰ ਆਪਾਂ ਕਹਿੰਦੇ ਆ। ਤੁਸੀਂ ਕਹਿੰਦੇ ਸੀ, ਤੁਹਾਡੇ ਬਿਆਨ ਸੁਣੇ, ਤੁਸੀਂ ਕਹਿੰਦੇ ਸੀ ਕਿ ਇਹ ਸ਼ਰਤ ਨਹੀਂ, ਇਹ ਮੰਗ ਨਹੀਂ, ਇਸ ਤਰ੍ਹਾਂ ਪ੍ਰੈਜ਼ੈਂਟ ਕਰਨਾ ਚਾਹੀਦਾ ਸਰਕਾਰ ਅੱਗੇ। ਇਸ ਤਰ੍ਹਾਂ ਦੀਆਂ, ਜਿਵੇਂ ਤੁਸੀਂ ਜ਼ਿਆਦਾ ਉਹਨਾਂ ਨਾਲੋਂ ਪੜ੍ਹੇ ਲਿਖੇ ਜਾਂ ਜ਼ਿਆਦਾ ਆਪਣੇ ਆਪ ਨੂੰ ਬ੍ਰਿਲੀਅੰਟ ਇੰਟੈਲੈਕਚੁਅਲ ਸਮਝਦੇ ਹੋ। ਨਹੀਂ, ਇਹ ਗੱਲ ਚਲੋ ਜੇ ਇਹੋ ਜਿਹਾ ਕੋਈ ਇੰਪ੍ਰੈਸ਼ਨ ਆਇਆ ਤਾਂ ਉਹ ਵੱਖਰੀ ਗੱਲ ਆ, ਕਿਉਂਕਿ ਮੇਰੇ ਲਈ ਵੀ ਇਹ ਨਵਾਂ ਹੀ ਸਫ਼ਰ ਸੀ। ਮੈਂ ਕਿਹੜਾ ਸੰਘਰਸ਼ ਲੜੇ ਸੀ ਪਹਿਲਾਂ। ਇਹੋ ਜਿਹਾ ਜੇ ਕੋਈ ਇੰਪ੍ਰੈਸ਼ਨ ਗਿਆ ਤਾਂ ਹੋ ਸਕਦਾ ਵੀ ਮੈਨੂੰ ਵੀ ਇਸ ਗੱਲ ਨੂੰ ਟੋਨ ਡਾਊਨ ਕਰਨਾ ਚਾਹੀਦਾ, ਹੈ ਨਾ। ਪਰ ਜਿਹੜੀ ਆਪਾਂ ਗੱਲ ਲੈ ਕੇ ਗਏ ਆ, ਉਹ ਹਮੇਸ਼ਾ ਇਹ ਗੱਲ ਲੈ ਕੇ ਗਏ ਆ ਵੀ ਇਹ ਜਿਹੜਾ ਮਸਲਾ, ਪਹਿਲਾਂ ਇਹਦੀ ਜੜ ਨੂੰ ਸਮਝੋ, ਜਿੱਥੋਂ ਇਹ ਕਾਨੂੰਨ ਪੈਦਾ ਹੋਏ ਆ, ਜਿੱਥੋਂ ਕੱਲ ਨੂੰ ਕੋਈ ਨਵੇਂ ਵੀ ਕਾਨੂੰਨ ਪੈਦਾ ਹੋ ਜਾਣਗੇ। ਆਪਾਂ ਪਰਸਪੈਕਟਿਵ ਦੀ ਗੱਲ ਕੀਤੀ ਆ। ਹੁਣ ਉਹਨੂੰ ਜੇ ਇਸ ਤਰ੍ਹਾਂ ਪ੍ਰੈਜ਼ੈਂਟ ਕਰ ਦਿੱਤਾ ਜਾਂਦਾ ਵੀ ਵੇਖੋ ਦੀਪ ਸਿੱਧੂ ਆਪਦੇ ਆਪ ਨੂੰ ਕਿੰਨਾ ਇੰਟੈਲੈਕਚੁਅਲ ਸਮਝਦਾ, ਹੈ ਨਾ, ਦੀਪ ਸਿੱਧੂ ਆਪਦੇ ਆਪ ਨੂੰ ਹੀ ਸਿਆਣਾ ਸਮਝਦਾ, ਬਾਕੀ ਸਾਰੇ ਕਮਲੇ ਹੀ ਹੋ ਗਏ। ਪਰ ਇਹੀ ਤਾਂ ਸਾਡੀ ਹੁਣ ਤਰਾਸਦੀ ਹੋ ਗਈ ਵੀ ਸਾਡੀ ਮਾਨਸਿਕ ਨਸਲਕੁਸ਼ੀ ਕਰਤੀ। ਸਟੇਟ ਨੇ ਵਾਕਈ ਪੰਜਾਬ ਦੇ ਲੋਕਾਂ ਦੀ ਮਾਨਸਿਕ ਨਸਲਕੁਸ਼ੀ ਕੀਤੀ ਹੈ। ਇਹ ਸਟੇਟ ਪਾਲਿਸੀ ਆ, ਉਹ ਤੁਹਾਨੂੰ ਜੋ ਤੁਹਾਡੇ ਅਸਲ ਮੁੱਦੇ ਆ ਉਹਨਾਂ ਤੇ ਆਉਣ ਹੀ ਨਹੀਂ ਦਿੰਦੇ। ਉਹ ਤੁਹਾਨੂੰ ਐਡਮਿਨਿਸਟ੍ਰੇਟਿਵ ਗੱਲਾਂ ਤੇ ਜਾਂ ਕਰਪਸ਼ਨ ਦੀਆਂ ਗੱਲਾਂ ਤੇ ਜਾਂ ਆਰਥਿਕ ਗੱਲਾਂ ਤੇ ਹੀ ਰੱਖਦੇ ਆ। ਚਲੋ ਆ ਜਾਓ ਤੁਸੀਂ ਉਹਦੇ ਤੇ ਆ ਜਾਓ। ਮੈਂ ਦੋ ਤਿੰਨ ਸਵਾਲ ਪਹਿਲਾਂ ਕਰ ਲਵਾਂ ਪਲੀਜ਼। ਕਿਸਾਨ ਅੰਦੋਲਨ ਜਿੱਤਿਆ ਗਿਆ, ਹਾਂਜੀ, ਕਿਸ ਦੀ ਬਦੌਲਤ ਜਿੱਤਿਆ ਗਿਆ? ਕਿਸ ਨੂੰ ਕ੍ਰੈਡਿਟ ਲੱਗਦਾ ਕਿ ਤੁਹਾਨੂੰ ਇਹ ਇਸ ਕਰਕੇ ਜਿੱਤਿਆ ਗਿਆ? ਜੇ ਤੁਸੀਂ ਮੈਨੂੰ ਅਸਲ ਪੁੱਛੋ ਤਾਂ ਇਹ ਕ੍ਰੈਡਿਟ ਸਿਰਫ ਲੋਕਾਂ ਦਾ, ਕਿਸੇ ਦਾ ਵੀ ਨਹੀਂ। 32 ਜਥੇਬੰਦੀਆਂ ਦਾ, ਲੋਕਾਂ ਦਾ, ਦੀਪ ਸਿੱਧੂ ਦਾ ਨਹੀਂ, ਕਿਸੇ ਦਾ ਕ੍ਰੈਡਿਟ ਨਹੀਂ ਆ। ਲੀਡਰਸ਼ਿਪ ਜਿਹੜੀ ਇੱਕ ਅਗਵਾਈ ਦੇਣੀ ਚਾਹੀਦੀ ਆ, ਉਹ ਲੀਡਰਸ਼ਿਪ ਨੇ ਨਹੀਂ ਦਿੱਤੀ। ਮੈਂ ਇਹਦੇ ਤੇ ਤੁਹਾਨੂੰ ਰੀਜ਼ਨ ਦੱਸਦਾ, ਵਿਰੋਧ ਚੋਂ ਨਹੀਂ ਗੱਲ ਕਰ ਰਹੇ। ਤੁਸੀਂ ਕਹਿ ਰਹੇ ਹੋ ਕਿ ਅਗਵਾਈ ਉਹਨਾਂ ਨੇ ਠੀਕ ਢੰਗ ਨਾਲ ਜਾਂ ਨਹੀਂ, ਉਹ ਲੀਡਰਸ਼ਿਪ ਦੀ ਅਗਵਾਈ ਕੀ ਹੁੰਦੀ ਹੈ, ਆਪਾਂ ਇਹਦੇ ਤੇ ਗੱਲ ਕਰਦੇ ਹਾਂ ਪਹਿਲਾਂ। ਇਹ ਕ੍ਰੈਡਿਟ ਉਹ ਸਾਰੇ ਬੰਦਿਆਂ ਦਾ ਜਿਹੜੇ ਉੱਥੇ ਬੈਠ ਕੇ ਸਾਲਾਂ ਬੱਧੀ ਉੱਥੇ ਬੈਠੇ ਰਹੇ, ਤੱਤੀਆਂ ਠੰਡੀਆਂ ਹਵਾਵਾਂ ਵਗਦੀਆਂ ਰਹੀਆਂ, ਜਿਨ੍ਹਾਂ ਨੇ ਉਹ ਜਜ਼ਬਾ ਪੈਦਾ ਕੀਤਾ ਲੜਨ ਦਾ, ਜਿਹੜੇ ਇੰਨਾ ਕੁਝ ਹੁੰਦੇ ਹੋਏ ਵੀ। ਤੁਸੀਂ ਇੱਕ ਗੱਲ ਦੇਖੋ, 26 ਜਨਵਰੀ ਤੱਕ ਮੈਂ ਅੰਦੋਲਨ 'ਚ ਸੀ, ਉਦੋਂ ਬਾਅਦ 3 ਮਹੀਨੇ 3.5 ਮਹੀਨੇ ਜੇਲ੍ਹ 'ਚ ਸੀ, ਚਾਹੇ ਰਿਮਾਂਡ ਤੇ ਚਾਹੇ ਜੇਲ੍ਹ 'ਚ। ਉਦੋਂ ਬਾਅਦ ਮੈਂ ਵੀ 2 ਦਿਨ ਹੀ ਗਿਆ ਉੱਥੇ। ਉਹਦੇ ਰੀਜ਼ਨ ਪਰਸਨਲੀ ਹੋ ਗਏ ਨਾ, ਵੀ ਮੈਂ ਜੇ ਉੱਥੇ ਗਿਆ ਸਾਰੀ ਗੱਲ ਫਿਰ ਮੇਰੇ ਸਿਰ ਤੇ ਫਿਰ ਮੜ ਦੇਣੀ ਆ। ਮੈਂ ਪਿੰਡਾਂ 'ਚ ਜ਼ਰੂਰ ਗਿਆ, ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਹ ਜ਼ਰੂਰ ਕਿਹਾ ਵੀ ਹੁਣ ਸਾਡਾ ਉੱਥੇ ਬੈਠੇ ਰਹਿਣਾ ਹੀ ਲੜਨਾ। ਜੇ ਅਸੀਂ ਉੱਥੇ ਬੈਠੇ ਵੀ ਆ ਨਾ, ਇਸ ਕਰਕੇ ਉੱਥੋਂ ਸਾਡੀ ਗਿਣਤੀ ਨਹੀਂ ਘਟਣੀ ਚਾਹੀਦੀ। ਹਾਂ, ਉਹ ਮੈਂ ਤੁਹਾਨੂੰ ਦੱਸਦਾ। ਜਿਹੜੀ ਲੀਡਰਸ਼ਿਪ ਹੁੰਦੀ ਆ ਨਾ, ਲੀਡਰਸ਼ਿਪ ਨੇ ਆਪਦੇ ਨਾਲ ਉਹ ਬੰਦੇ ਵੀ ਅਕੋਮੋਡੇਟ ਕਰਨੇ ਹੁੰਦੇ ਆ ਜਿਹੜੇ ਤੁਹਾਨੂੰ ਕੰਸਟਰਕਟਿਵਲੀ ਕ੍ਰਿਟਿਸਾਈਜ਼ ਕਰਦੇ ਆ, ਕਿਉਂਕਿ ਉਹਦੇ ਵਿੱਚੋਂ ਹੀ ਤੁਹਾਡੇ ਡਿਸੀਜਨਸ ਨੇ ਇਵੋਲਵ ਹੋਣਾ ਹੁੰਦਾ। ਉਹਦੇ ਵਿੱਚੋਂ ਹੀ ਤੁਸੀਂ ਇੱਕ ਸਹੀ ਅਗਵਾਈ ਤੇ ਜਾਂ ਸਹੀ ਜਿਹੜਾ
ਆਪਾਂ ਕਹਿੰਦੇ ਆ ਸੇਧ ਦੇਣੀ ਹੁੰਦੀ ਆ ਸਾਰੀ ਲਹਿਰ ਨੂੰ। ਜਦੋਂ ਵੀ ਲੀਡਰਸ਼ਿਪ ਨੂੰ ਕ੍ਰਿਟਿਸਾਈਜ਼ ਕਰਦੇ ਆ, ਕੋਈ ਵੀ ਕਰਦਾ, ਲੀਡਰਸ਼ਿਪ ਨੇ ਉਹਨਾਂ ਕੋਲੇ ਸਟੇਜ ਸੀ, ਸਟੇਜ ਦਾ ਐਡਵਾਂਟੇਜ ਸੀ। ਮੇਰੇ ਕੋਲੇ ਤਾਂ ਕੋਈ ਸਟੇਜ ਨਹੀਂ ਸੀ, ਨਾ ਮੈਂ ਸ਼ੰਭੂ ਮੋਰਚਾ ਆਪਾਂ ਇੱਥੇ ਲਾਇਆ। ਜਦੋਂ ਦਿੱਲੀ ਗਏ, ਇਹ ਵੀ ਮੇਰਾ ਰਾਈਟ ਬਣਦਾ ਸੀ ਵੀ ਆਪਦੀ ਸਟੇਜ ਵੀ ਲਾ ਸਕਦੇ ਸੀ ਸ਼ੰਭੂ ਮੋਰਚੇ ਦੀ, ਪਰ ਆਪਾਂ ਨਹੀਂ ਲਾਈ। ਉੱਥੇ ਜਾ ਕੇ ਆਪਾਂ ਗੱਲ ਕੀ ਕੀਤੀ ਵੀ ਇੱਥੋਂ ਇਕੱਠੇ ਲੜਾਂਗੇ ਹੁਣ ਆਪਾਂ। ਪਰ ਜਿਨ੍ਹਾਂ ਕੋਲੇ ਸਟੇਜ ਆ ਗਈ, ਜੇ ਉਹਨਾਂ ਨੂੰ ਕੋਈ ਗੱਲ ਕਹਿੰਦੇ ਸੀ, ਮੈਂ ਤਾਂ ਓਪਨ ਲੈਟਰਸ ਤੱਕ ਲਿਖੀਆਂ, ਮੇਰੇ ਫੇਸਬੁੱਕ ਤੇ ਹਜੇ ਵੀ ਪਈ ਆ, ਕਿੰਨੀ ਆਦਰ ਸਹਿਤ ਆਪਾਂ ਉਹਨਾਂ ਨੂੰ ਸੰਬੋਧਨ ਕਰਦੇ ਰਹੇ ਉੱਥੇ ਜਾ ਕੇ, ਕੋਈ ਗੱਲ ਨਹੀਂ ਸੁਣੀ। ਆਲੋਚਨਾ ਨੂੰ ਇਹ ਟੈਗ ਦੇ ਦਿੰਦੇ ਸੀ, ਸਰਟੀਫਿਕੇਟ ਦੇ ਦਿੰਦੇ ਸੀ ਵੀ ਇਹ RSS ਦਾ, ਇਹ BJP ਦਾ। ਐਡਵਾਂਟੇਜ ਕੀ ਸੀ? ਉਹਨਾਂ ਕੋਲੇ ਸਟੇਜ ਸੀ। ਸੋ ਸਟੇਜ ਹੋਣ ਦਾ ਐਡਵਾਂਟੇਜ ਆਪਦੇ ਬੰਦਿਆਂ ਤੇ ਵੀ ਉਹਨਾਂ ਨੇ ਇਹ ਲਾਇਆ ਵੀ ਟੈਗ ਦਿੰਦੇ ਰਹੇ। ਹੁਣ ਰੀਸੈਂਟ ਐਗਜ਼ਾਮਪਲ ਦੇਖ ਲਓ, ਡੱਲੇਵਾਲ ਸਾਹਿਬ ਆ ਕੇ ਉਹਨਾਂ ਜਥੇਬੰਦੀਆਂ ਨੂੰ ਹੀ ਸਵਾਲ ਕਰ ਰਹੇ ਆ, ਅਗਵਾਈ ਦੀ ਗੱਲ ਕਰ ਰਹੇ ਆ ਨਾ ਆਪਾਂ। ਉਹ ਜਥੇਬੰਦੀਆਂ ਦੇ ਮੇਨ ਜਿਹੜੇ ਚਿਹਰੇ ਸੀ, ਰਾਜੇਵਾਲ ਸਾਹਿਬ, ਉਹ ਇਹ ਕਹਿ ਰਹੇ ਆ ਵੀ ਡੱਲੇਵਾਲ ਸਾਹਿਬ ਵੀ RSS ਤੇ BJP ਦੇ ਆ। ਮਤਲਬ ਕੋਈ ਵੀ ਤੁਹਾਨੂੰ ਸਵਾਲ ਕਰਦਾ ਤੇ ਉਹ BJP RSS ਦਾ ਹੋ ਜਾਂਦਾ। ਮੇਰੇ ਵਿਰੁੱਧ ਤਾਂ ਕੈਂਪੇਨ ਚਲਾਈ ਗਈ, ਕਹਿੰਦੇ ਤਾਂ ਪਲਾਂਟ ਹੀ ਕੀਤਾ ਹੋਇਆ RSS ਦਾ। ਦੀਪ ਸਿੱਧੂ ਤਾਂ ਪਲਾਂਟ ਕੀਤਾ ਹੋਇਆ ਮੋਰਚਾ ਖਰਾਬ ਕਰਨ ਲਈ, ਤੇ 26 ਜਨਵਰੀ ਨੂੰ ਦੀਪ ਸਿੱਧੂ ਨੇ ਹੀ ਸਾਰਾ ਕੁਝ ਕੀਤਾ, ਖਰਾਬ ਕਰਤਾ ਸਾਡਾ ਅੰਦੋਲਨ। ਹਾਂਜੀ, ਇਸ ਤਰ੍ਹਾਂ ਹੋਇਆ ਨਹੀਂ, ਇਹ ਗੱਲ ਆਪਾਂ ਸਮਝਦੇ ਹਾਂ। ਇਹਨੂੰ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਦੇਖੀਏ। 26 ਜਨਵਰੀ ਨੂੰ ਇਹੋ ਜਿਹਾ ਕੀ ਹੋਇਆ ਜਿਹੜਾ 26 ਨਵੰਬਰ ਨੂੰ ਨਹੀਂ ਹੋਇਆ ਸੀ? ਅੱਛਾ, 26 ਨਵੰਬਰ ਨੂੰ ਵੀ ਇਹਨਾਂ ਨੇ ਇਹੀ ਗੱਲਾਂ ਕਹੀਆਂ ਸੀ ਜਦੋਂ ਗਏ ਸੀ ਨਾ ਆਪਾਂ ਬੈਰੀਕੇਡ ਤੋੜ ਕੇ। ਉਧਰੋਂ ਉਗਰਾਹਾਂ ਸਾਹਿਬ ਇਹ ਕਹਿ ਰਹੇ ਸੀ ਵੀ ਅਸੀਂ ਨਹੀਂ ਜਾਂਦੇ, ਅਸੀਂ ਇੱਥੇ ਹੀ ਬੈਠੇ ਆ, ਤੇ ਜਿਹੜੇ ਗਏ ਆ ਉਹ ਸਰਕਾਰ ਦੇ ਬੰਦੇ ਆ, ਸਰਕਾਰ ਇਹੀ ਚਾਹੁੰਦੀ ਸੀ ਤੇ ਇਹਨਾਂ ਨੇ ਇਹ ਕੰਮ ਕਰਤਾ। ਫਿਰ ਇਧਰੋਂ ਰਾਜੇਵਾਲ ਸਾਹਿਬ ਬਾਹਾਂ ਖੜੀਆਂ ਕਰ ਕਰਕੇ ਸ਼ੰਭੂ ਮੋਰਚੇ ਤੇ ਇਹ ਕਹਿੰਦੇ ਰਹੇ ਵੀ ਕਰਤਾ ਉਹੀ ਕੰਮ ਹੋਏ ਜਿਹੜਾ ਸਰਕਾਰ ਚਾਹੁੰਦੀ ਸੀ, ਵੀ ਬਹਿ ਜਾਓ ਬਹਿ ਜਾਓ ਬਹਿ ਜਾਓ। ਜਦੋਂ ਲੋਕਾਂ ਨੇ ਨਹੀਂ ਗੱਲ ਸੁਣੀ ਤੇ ਮੁੜ ਕੇ ਵਾਪਸ ਮੁੜ ਗਏ। 2 ਦਿਨ ਬਾਅਦ ਦਿੱਲੀ ਪਹੁੰਚੇ ਆ, ਜਦੋਂ ਲੋਕ ਗਾਲਾਂ ਕੱਢਣ ਲੱਗ ਗਏ ਵੀ ਤੁਸੀਂ ਕਾਹਦੇ ਲੀਡਰ ਬਣੇ ਫਿਰਦੇ ਹੋ, ਲੈ ਤਾਂ ਨੌਜਵਾਨ ਗਏ ਉੱਥੇ। ਫਿਰ 26 ਨੂੰ ਵੀ ਹੋਇਆ। ਹੁਣ ਇਹ ਦੇਖੋ, ਇਹਦਾ ਮਤਲਬ 26 ਨੂੰ ਕੀ ਅਸੀਂ ਰੈਜ਼ਿਸਟੈਂਸ ਹੀ ਪੇਸ਼ ਕੀਤੀ ਨਾ। ਸਰਕਾਰ ਨੇ ਬੈਰੀਕੇਡ ਲਾਏ, ਜਿਹੜੇ ਆਪਦੀਆਂ ਤਾਰਾਂ ਤੂਰਾਂ ਹੋਰ ਜਿਹੜੇ ਉੱਥੇ ਖੜੇ ਕੀਤੇ ਟਰੱਕ, ਹਨਾ, ਤੇ ਅਸੀਂ ਰੈਜ਼ਿਸਟੈਂਸ ਪੇਸ਼ ਇਹ ਕੀਤੀ ਵੀ ਅਸੀਂ ਉਹਨਾਂ ਨੂੰ ਅੱਗੇ ਨਿਕਲ ਗਏ। ਹਾਂ, ਉਹਨਾਂ ਨੂੰ ਤੋੜ ਕੇ ਅੱਗੇ ਨਿਕਲ ਗਏ। 26 ਜਨਵਰੀ ਨੂੰ ਵੀ ਉਹੀ ਹੋਇਆ। 26 ਨਵੰਬਰ ਨੂੰ ਇਹਨਾਂ ਨੂੰ ਡਿਫਾਈ ਕੀਤਾ, ਇਹਨਾਂ ਦੀ ਹੁਕਮ ਅਦੂਲੀ ਹੋਈ, ਤੇ ਇਹਨਾਂ ਨੇ 26 ਨਵੰਬਰ ਨੂੰ ਵੀ ਇਹ ਗੱਲ ਕਹੀ ਵੀ ਇਹ ਸਰਕਾਰ ਦੇ ਬੰਦੇ ਆ। ਪਰ ਇਹਨਾਂ ਕੋਲੇ 26 ਨਵੰਬਰ ਨੂੰ ਸਟੇਜ ਨਹੀਂ ਸੀ। ਡਿਫਰੈਂਸ ਕੀ ਸੀ? 26 ਜਨਵਰੀ ਨੂੰ ਇਹਨਾਂ ਕੋਲੇ ਸਟੇਜ ਉਦੋਂ ਤੱਕ ਆ ਚੁੱਕੀ ਸੀ, ਆਪਦੇ ਆਪ ਨੂੰ ਉੱਥੋਂ ਦੇ ਲੀਡਰ ਐਸਟੈਬਲਿਸ਼ ਕਰ ਚੁੱਕੇ ਸੀ। ਇਹਨਾਂ ਨੇ ਸਟੇਜ ਦਾ ਪੂਰਾ ਫਾਇਦਾ ਲਿਆ। ਸਰਕਾਰ ਦੇ ਕਹਿਣ ਤੋਂ ਪਹਿਲਾਂ ਇਹ ਸ਼ੁਰੂ ਹੋ ਗਏ, ਕਿਉਂਕਿ ਇੱਕ ਇਨਸਿਕਿਉਰਿਟੀ ਵੀ ਇਹ ਆ, ਕਿਉਂਕਿ ਦੀਪ ਸਿੱਧੂ ਦਾ ਨਾਂ ਆ ਗਿਆ ਵੀ ਬਾਈ ਦੀਪ ਸਿੱਧੂ ਨੇ ਚੜਾਤਾ। ਹਾਲਾਂਕਿ ਦੀਪ ਸਿੱਧੂ ਤਾਂ ਇੱਕ ਸੰਗਤ ਰੂਪੀ ਉਹਨਾਂ ਬੰਦਿਆਂ 'ਚ ਹੀ ਸੀ ਜਿਹੜੇ ਬੰਦੇ ਉੱਥੇ ਸਭ ਗਏ ਸੀ। ਅੱਛਾ, ਕੁਝ ਲੋਕ ਸੋ ਆਪਾਂ ਗੱਲ ਪੂਰੀ ਕਰ ਦਈਏ। 26 ਨਵੰਬਰ ਨੂੰ ਇਹਨਾਂ ਨੇ ਸਰਟੀਫਿਕੇਟ ਸਰਕਾਰ ਤੋਂ ਪਹਿਲਾਂ ਸਾਨੂੰ ਦਿੱਤੇ, ਤੇ ਨਾਲ ਹੀ ਸਰਕਾਰ ਦੇ ਚੈਨਲ ਤੇ ਗੋਦੀ ਮੀਡੀਆ ਤੇ ਸਭ ਲੱਗ ਗਏ। ਫਿਰ ਸਾਰੀ ਕਾਇਨਾਤ ਹੀ ਫਿਰ ਸਾਡੇ ਸਾਹਮਣੇ ਆ ਵੀ ਸਭ ਕੁਝ ਕੀ ਹੋਇਆ। ਸੋ ਇਹਨਾਂ ਦੀ ਜਿੱਥੇ ਜਿੱਥੇ ਹੁਕਮ ਅਦੂਲੀ ਹੋਈ ਆ, ਲੋਕਾਂ ਨੇ ਕੀਤੀ ਆ। ਇਹ ਤਾਂ ਮੁੱਕਰ ਗਏ ਵੀ 26 ਜਨਵਰੀ ਨੂੰ ਜਿਹੜੇ ਲਾਲ ਕਿਲੇ ਤੇ ਗਏ ਉਹ ਸਾਡੇ ਬੰਦੇ ਹੀ ਨਹੀਂ ਆ, ਹਨਾ। ਅੱਛਾ, ਅੱਗੇ ਆਈਏ। ਅੱਜ ਇਹ ਗੱਲ ਕਹਿ ਰਹੇ ਆ ਵੀ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਦਰਬਾਰ ਸਾਹਿਬ ਜਾ ਕੇ ਤੇ ਅਸੀਂ ਉੱਥੇ ਨਤਮਸਤਕ ਹੋਵਾਂਗੇ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਵਾਪਰੀ ਆ, ਵਰਤੀ ਆ। ਰਾਜੇਵਾਲ ਸਾਹਿਬ ਦਾ ਬਿਆਨ ਆਇਆ ਜਿੱਦੇ ਸਾਰਿਆਂ ਦਾ, ਸਾਰੇ ਹੀ ਗਏ ਨਾ ਉੱਥੇ ਤਾਂ। ਤੇ ਜਿੱਦੇ ਅਸੀਂ ਇਹ ਗੱਲ, ਜਾਂ ਮੈਂ ਇਹ ਗੱਲ ਕਹਿ ਰਿਹਾ ਸੀ ਵੀ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਵਰਤ ਰਹੀ ਆ, ਇਹਦੀ ਅਗਵਾਈ ਕੋਈ ਇੱਕ ਵੱਡੀ ਫੋਰਸ ਕਰ ਰਹੀ ਆ, ਵੱਡੀ ਇੱਕ ਤਾਕਤ ਕਰ ਰਹੀ ਆ। ਮੇਰਾ ਮਜ਼ਾਕ ਉਡਾਉਂਦੇ ਸੀ, ਰਿਡਿਕਿਊਲ ਕਰਦੇ ਸੀ, ਤੇ ਮੇਮਸ ਬਣ ਗਏ ਸੀ ਵੀ ਹੁਣ ਆਹ ਕਲਾ ਵਰਤ ਰਹੀ ਆ, ਇੱਥੇ ਕਿਉਂ ਨਹੀਂ ਵਰਤ ਰਹੀ, ਆਹ ਸਵਾਲ ਕਰਨ ਲੱਗ ਗਏ ਸੀ ਇਹ ਬੰਦੇ। ਅੱਛਾ, ਕੁਝ ਲੋਕ, ਮੈਂ ਲੀਡਰਸ਼ਿਪ ਨੂੰ ਕਿਵੇਂ ਕਹੂੰਗਾ ਕਿਹੜੀ ਅਗਵਾਈ ਦਿੱਤੀ ਆ? ਫਿਰ ਕੁਝ ਲੋਕ ਅਗਵਾਈ ਤਾਂ ਬਾਜਾਂ ਵਾਲੇ ਦੀ ਰਹੀ। ਅੱਛਾ, ਕੁਝ ਲੋਕ ਇਹ ਕਹਿੰਦੇ ਕਿ ਦੀਪ ਸਿੱਧੂ ਤਾਂ ਚਾਹੁੰਦਾ ਸੀਗਾ ਕਿ ਇਹ ਮੋਰਚਾ ਹਾਰ ਜਾਵੇ। ਦੇਖੋ, ਇੱਕ ਮੇਰੀ ਗੱਲ ਸੁਣੋ, ਵੀ ਫਿਰ ਮੈਂ ਕਹਿ ਸਕੂੰਗਾ ਵੀ ਆਹ ਦੇਖੋ ਤੁਸੀਂ ਮੇਰੇ ਮੁਤਾਬਕ ਨਹੀਂ ਚੱਲੇ, ਇਸ ਕਰਕੇ ਹਾਰ ਗਏ। ਮੈਨੂੰ ਇੱਕ ਗੱਲ ਦੱਸੋ, ਜਦੋਂ ਮੈਨੂੰ ਇਹਨਾਂ ਕੋਲੇ ਸਟੇਜ ਆ ਗਈ ਸੀ ਤੇ ਸੁਰਜੀਤ ਫੂਲ ਸਾਹਿਬ ਦਾ ਮੇਰੇ ਤਾਂ ਸਭ ਕੁਝ ਯਾਦ ਆ, ਇੱਕ ਇੱਕ ਗੱਲ ਯਾਦ ਆ। ਮੈਂ ਫਿਰ ਵੀ ਵਿਰੋਧ ਤਾਂ ਕਿਸੇ ਨਫ਼ਰਤ ਚੋਂ ਵਿਰੋਧ ਤਾਂ ਨਹੀਂ ਕਰ ਰਿਹਾ, ਸਿਧਾਂਤ ਤੋਂ ਵਿਰੋਧ ਤਾਂ ਕਰ ਰਿਹਾ। ਜੇ ਕੋਈ ਕਰ ਰਿਹਾ ਤਾਂ ਇਹ ਕਿਹਾ ਗਿਆ ਵੀ ਇਹਨੂੰ ਤਾਂ ਅਸੀਂ
ਸਟੇਜ ਦੇ ਨੇੜੇ ਤੇੜੇ ਵੀ ਨਹੀਂ ਆਉਣ ਦੇਣਾ। ਫਿਰ ਬਾਕੀਆਂ ਨੇ ਸਟੇਜ ਤੋਂ ਇਹ ਗੱਲ ਕਹੀ ਵੀ ਇਹਨੂੰ ਸਟੇਜ ਦੇ ਨੇੜੇ ਤੇੜੇ ਨਹੀਂ ਆਉਣ ਦੇਣਾ, ਉਹ ਸਟੇਜ ਤੇ ਬਹਿਣ। ਮੈਂ ਜਾ ਕੇ ਸੰਗਤ 'ਚ ਬਹਿ ਜਾਂਦਾ ਹੁੰਦਾ ਸੀ। ਉੱਥੇ ਤੁਸੀਂ ਵੀ ਇਹ ਗੱਲ ਦੇਖੀ ਆ। ਮੈਂ ਕਹਿੰਦਾ ਸੀ ਮੈਨੂੰ ਸਟੇਜ ਚਾਹੀਦੀ ਹੋਈ ਨਹੀਂ, ਮੈਨੂੰ ਕੋਈ ਰਿਪਰੈਜ਼ੈਂਟੇਸ਼ਨ ਚਾਹੀਦੀ ਨਹੀਂ, ਤੇ ਹੁਣ ਤੱਕ ਨਹੀਂ ਚਾਹੀਦੀ। ਜੇ ਚਾਹੀਦੀ ਹੁੰਦੀ ਤਾਂ ਮੈਂ ਤਾਂ ਚੋਣਾਂ 'ਚ ਖੜਾ ਹੋਣਾ ਸੀ। ਫਿਰ ਜੇ ਲੀਡਰਸ਼ਿਪ ਹੀ ਚਾਹੀਦੀ ਸੀ, ਹੁਣ ਤਾਂ ਚੋਣਾਂ ਦਾ ਮਾਹੌਲ ਭਖਿਆ ਪੰਜਾਬ 'ਚ, ਬੜੇ ਬੰਦੇ ਮੈਨੂੰ ਕਹਿ ਰਹੇ ਆ ਵੀ ਬਾਈ ਤੂੰ ਕਿਉਂ ਨਹੀਂ ਆ ਰਿਹਾ। ਫਿਰ ਤਾਂ ਮੈਂ ਵੀ ਉਧਰੋਂ ਸਮਾਂ ਬਦਲ ਗਿਆ ਨਾ। ਚਾਹੁੰਦਾ ਤਾਂ ਦੀਪ ਸਿੱਧੂ ਸੀ ਕਿ ਪੋਲਿਟਿਕਸ 'ਚ ਆਇਆ ਜਾਵੇ, ਪਰ ਜੋ ਘਟਨਾਕ੍ਰਮ ਵਾਪਰਿਆ ਉਹਦੇ ਵਿੱਚ ਉਹਨਾਂ ਕ੍ਰੈਡਿਟ ਦੀਪ ਸਿੱਧੂ ਨੂੰ ਮਿਲ ਨਹੀਂ ਸਕਿਆ। ਨਹੀਂ, ਇੱਕ ਮਿੰਟ, ਦੀਪ ਸਿੱਧੂ ਨੂੰ ਕ੍ਰੈਡਿਟ ਤਾਂ ਦੀਪ ਸਿੱਧੂ ਤਾਂ ਕਲੇਮ ਕਰੇ ਜੇ ਦੀਪ ਸਿੱਧੂ ਕ੍ਰੈਡਿਟ ਵਾਰ 'ਚ ਪਿਆ ਹੋਵੇ। ਕ੍ਰੈਡਿਟ ਤਾਂ ਕਲੇਮ ਕਰੀਏ ਨਾ ਆਪਾਂ ਜੇ ਉਸ ਵਾਰ 'ਚ ਪਏ ਹੋਈਏ ਆਪਾਂ, ਜਾਂ ਉਸ ਦੌੜ 'ਚ ਹੋਈਏ ਵੀ ਕ੍ਰੈਡਿਟ ਮੈਨੂੰ ਦਿਓ। ਮੈਂ ਤਾਂ ਹਰ ਵੇਲੇ ਇੱਕ ਕੋਈ ਮੇਰੀ ਸਟੇਟਮੈਂਟ ਕੱਢ ਕੇ ਦਿਖਾ ਦਿਓ ਜਿੱਥੇ ਮੈਂ ਇਹ ਗੱਲ ਕਹੀ ਹੋਵੇ ਵੀ ਦੇਖੋ ਆਹ ਗੱਲ ਮੈਂ ਲੈ ਕੇ ਗਿਆ, ਮੈਂ ਜਿਹੜੀ ਹੁੰਦੀ ਹੈ ਨਾ ਇੱਕ ਮੈਂ ਬੰਦੇ 'ਚ, ਤੇ ਮੇਰੇ ਕਰਕੇ ਹੋਈ ਆ ਇੱਕ ਵੀ ਸਟੇਟਮੈਂਟ। ਜਾਂ ਤਾਂ ਅਸੀਂ ਜਾਂ ਸੰਗਤ ਜਾਂ ਸਾਡੇ ਬੰਦੇ, ਦੀਪ ਸਿੱਧੂ ਨੂੰ ਕੋਈ ਕ੍ਰੈਡਿਟ ਹੀ ਨਹੀਂ ਚਾਹੀਦਾ। ਪਰ ਦੀਪ ਸਿੱਧੂ ਸਿਧਾਂਤ ਤੇ ਜ਼ਰੂਰ ਖੜਾ, ਸਿਧਾਂਤ ਤੇ ਕੋਈ ਸਮਝੌਤਾ ਨਹੀਂ। ਉੱਥੇ ਫਿਰ ਕੋਈ ਵੀ ਹੋਵੇ ਜੇ ਉਹ ਸਿਧਾਂਤ ਤੇ ਖਰਾ ਨਹੀਂ ਆ ਤਾਂ ਉਹਦੀ ਵਿਰੋਧਤਾ ਹੋਊਗੀ। ਜੋਗਿੰਦਰ ਸਿੰਘ ਉਗਰਾਹਾਂ ਦਾ ਇੱਕ ਸਟੇਟਮੈਂਟ ਵਾਇਰਲ ਹੋਈ, ਉਹਨਾਂ ਨੂੰ ਕਿਹਾ ਗਿਆ ਕਿ ਜੈਕਾਰਾ ਲਾ ਦਿਓ। ਕਹਿੰਦੇ ਮੈਂ ਜੈਕਾਰਾ ਤਾਂ ਲਾਉਂਦਾ ਨਹੀਂ, ਮੈਂ ਤਾਂ ਨਾਰਾ ਲਾਉਂਦਾ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਨੇ ਸਾਰੇ, ਪਰ ਹਾਲੇ ਵੀ ਜਦੋਂ ਜੈਕਾਰਾ ਨਾ ਲਾਉਣਾ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਲਾ ਵਰਤੀ ਜਾਂ ਨਿਸ਼ਾਨ ਸਾਹਿਬ ਦੀ ਅਗਵਾਈ ਹੋਈ, ਫਿਰ ਹਾਲੇ ਵੀ ਕੁਝ ਲੀਡਰ ਇਸ ਤਰ੍ਹਾਂ ਦੇ ਨੇ। ਦੇਖੋ, ਗੁਰੂ ਸਾਹਿਬ ਨੇ ਤਾਂ ਇਹ ਗੱਲ ਕਹੀ ਹੈ ਵੀ ਹਮਕੋ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ। ਕੋਈ ਨਹੀਂ, ਉਹ ਆਏ ਰਹਿਣ ਤੇ ਉਹਨਾਂ ਨੂੰ। ਇਹ ਇੱਕ ਜਿਹੜਾ ਕਾਮਰੇਡਾਂ ਦਾ ਤਬਕਾ ਪੰਜਾਬ 'ਚ ਨਾ, ਇਹ ਉਹ ਤਬਕਾ ਜਿਨ੍ਹਾਂ ਨੇ ਰੱਬ ਦੀ ਹੋਂਦ ਨੂੰ ਨਹੀਂ ਮੰਨਿਆ ਕਦੇ, ਨਾ ਹੀ ਮੰਨਣ। ਇਹ ਠੀਕ ਆ, ਕੋਈ ਗੱਲ ਨਹੀਂ, ਉਹਨਾਂ ਨੂੰ ਉਵੇਂ ਰਹਿਣ ਦਿਓ। ਪਰ ਪ੍ਰੋਬਲਮ ਕਿੱਥੇ ਆਉਂਦੀ ਆ? ਪ੍ਰੋਬਲਮ ਉੱਥੇ ਆਉਂਦੀ ਆ ਜਿੱਥੇ ਉਹ ਦੂਜਿਆਂ ਨੂੰ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੰਦੇ ਆ। ਤੁਸੀਂ ਆਪਦੇ ਸਿਧਾਂਤਾਂ ਤੇ ਆਪਦੀ ਵਿਚਾਰਧਾਰਾ ਤੇ ਰਹੋ, ਤੁਹਾਨੂੰ ਇੱਜ਼ਤ ਦਿੰਨੇ ਆ ਅਸੀਂ। ਪਰ ਜੇ ਤੁਸੀਂ ਅੱਜ ਇਹ ਗੱਲ ਆ ਕੇ ਕਹਿੰਦੇ ਹੋ, ਠੀਕ ਆ ਤੁਸੀਂ ਨਾ ਲਾਓ ਜਕਾਰਾ, ਹਾਲਾਂਕਿ ਤੁਸੀਂ ਇੱਕ ਸਿੱਖ ਦੀ ਸਪੇਸ 'ਚੋਂ, ਤੁਸੀਂ ਦਸਤਾਰ ਵੀ ਸਜਾਈ ਆ, ਤੁਸੀਂ ਦਾੜੀ ਵੀ ਰੱਖੀ ਹੋਈ ਆ, ਤੁਸੀਂ ਸਿੱਖ ਜੋ ਗੁਰੂ ਸਾਹਿਬ ਨੇ ਇੱਕ ਪਹਿਚਾਣ ਦਿੱਤੀ ਆ ਉਸ ਸਪੇਸ 'ਚ ਵਰਕ ਕਰ ਰਹੇ ਹੋ। ਚਲੋ ਫੇਰ ਵੀ ਕੋਈ ਨਹੀਂ, ਇਹ ਆਪਾਂ ਕਹਿੰਦੇ ਆ। ਪਰ ਤੁਸੀਂ ਇਹਦੇ ਨਾਲ ਨਾਲ ਉਹਨਾਂ ਨੇ ਸਟੇਟਮੈਂਟਸ ਹੋਰ ਕੀ ਦਿੱਤੀਆਂ ਵੀ ਜਿਹੜੇ ਆ ਬੰਦੇ ਦੂਜੇ ਸੀ ਨਾ, ਇਹ ਹੁਣ ਖਾਲਿਸਤਾਨ ਵਾਸਤੇ ਧਰਨਾ ਲਾ ਲੈਣ ਜਾ ਕੇ, ਇਹ ਵੱਧ ਅਧਿਕਾਰਾਂ ਦੀ ਗੱਲ ਕਰ ਲੈਣ। ਮੈਂ ਇਹਨਾਂ ਨੂੰ ਇੱਕ ਗੱਲ ਪੁੱਛਦਾ ਵੀ ਵੱਧ ਅਧਿਕਾਰਾਂ ਦੀ ਗੱਲ ਤਾਂ ਅਸੀਂ ਸ਼ੰਭੂ ਤੇ ਜ਼ਰੂਰ ਕੀਤੀ ਆ। ਅਸੀਂ ਦਿੱਲੀ ਜਾ ਕੇ ਤਾਂ 3 ਕਾਨੂੰਨਾਂ ਦੀ ਉਹ ਗੱਲ ਕਰਦੇ ਰਹੇ, ਪਰ ਇਹ ਗੱਲ ਜ਼ਰੂਰ ਕਰਦੇ ਰਹੇ ਵੀ ਇਹ ਜੁੜਿਆ ਹੋਇਆ ਮਸਲਾ ਵੱਧ ਅਧਿਕਾਰਾਂ ਨਾਲ ਆ। ਇਹ ਉੱਥੋਂ ਨਿਕਲੀ ਆ ਗੱਲ, ਜੜ ਉੱਥੇ ਪਈ ਆ। ਤੇ ਅਸੀਂ ਤਾਂ ਕੋਈ ਹਿਊਮਨ ਰਾਈਟਸ ਡੇ ਵਾਲੇ ਦਿਨ, ਮਨੁੱਖੀ ਅਧਿਕਾਰਾਂ ਵਾਲੇ ਦਿਨ ਆਪਦੇ ਬੰਦੀ ਸਿੰਘਾਂ ਦੀ ਫੋਟੋ ਲੈ ਕੇ ਨਹੀਂ ਬੈਠੇ ਸੀ ਵੀ ਇਹਨਾਂ ਨੂੰ ਰਿਹਾ ਕਰੋ। ਤੁਸੀਂ ਤਾਂ ਨਕਸਲੀਆਂ ਦੀ ਫੋਟੋ ਲੈ ਕੇ ਬੈਠੇ ਸੀ, ਇਹਨਾਂ ਨੂੰ ਰਿਹਾ ਕਰੋ। ਫਿਰ ਛੁਡਾ ਲਓ ਨਾ ਉਹਨਾਂ ਨੂੰ ਹੁਣ ਜਾ ਕੇ। ਫਿਰ ਤੁਸੀਂ ਕਹਿੰਦੇ ਹੋ ਵੀ ਲੈ ਲਓ ਖਾਲਿਸਤਾਨ ਜਾ ਕੇ। ਇਹਨਾਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਆ ਵੀ ਖਾਲਿਸਤਾਨ ਵਾਸਤੇ ਮੋਰਚੇ ਲੱਗਦੇ ਹੁੰਦੇ ਆ। ਖਾਲਿਸਤਾਨ ਵਾਸਤੇ ਤਾਂ ਸ਼ਹਾਦਤਾਂ ਹੀ ਦਿੱਤੀਆਂ ਜਾਂਦੀਆਂ ਹੁੰਦੀਆਂ ਫਿਰ। ਤੇ ਸਾਡੇ ਇਤਿਹਾਸ 'ਚ ਸਾਰੀ ਗੱਲ ਪਈ ਆ। ਤੁਸੀਂ ਇਹ ਪੁੱਛੋ ਕਾਮਰੇਡਾਂ ਨੂੰ ਵੀ ਤੁਹਾਡੇ ਇਨਕਲਾਬ ਲਈ ਤੁਸੀਂ ਮੋਰਚਾ ਲਾਓਗੇ? ਜਿਹੜਾ ਤੁਸੀਂ ਇਨਕਲਾਬ ਦੀ ਗੱਲ ਕਰਦੇ ਹੋ ਵੀ ਅਸੀਂ ਇਨਕਲਾਬ ਲੈ ਕੇ ਆਉਣਾ, ਮੋਰਚਾ ਲਾ ਕੇ ਬਹਿ ਗਏ। ਇਹਨਾਂ ਨੂੰ ਆਪਦਾ ਪ੍ਰਿੰਸੀਪਲ ਹੀ ਪੁੱਛ ਲਓ। ਅੱਛਾ, ਜੇ ਹੁਣ ਗੱਲ ਹੋ ਰਹੀ ਹੈ ਕਿ ਦਿੱਲੀ ਜਿੱਤ ਲਈ, ਹੁਣ ਪੰਜਾਬ ਜਿੱਤਣਾ, ਤੁਸੀਂ ਕਿਵੇਂ ਸਮਝ ਰਹੇ ਹੋ ਜਿਹੜਾ ਪੰਜਾਬ ਜਿੱਤਣ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਹੁਣ ਪੰਜਾਬ ਜਿੱਤਣਾ? ਇਹ ਜਿਹੜਾ ਇੱਕ ਮੈਂ ਕਹਿੰਦਾ ਵੀ ਇਸ ਤਰ੍ਹਾਂ ਦਾ ਇੱਕ ਨੈਰੇਟਿਵ ਬਿਲਡ ਹੋ ਗਿਆ ਨਾ ਵੀ ਦਿੱਲੀ ਜਿੱਤ ਲਈ ਆ ਤੇ ਪੰਜਾਬ ਜਿੱਤਣਾ, ਇਹਦੇ 'ਚ ਇਹ ਪੋਲੀਟੀਕਲ ਇਮੈਚੁਰਿਟੀ ਆ। ਇਹਦੇ 'ਚ ਮੈਚੁਰਿਟੀ ਕੁਛ ਨਹੀਂ ਆ। ਜਦੋਂ ਲੋਕਾਂ ਨੂੰ ਇਹ ਗੱਲ, ਲੋਕਾਂ ਨੂੰ ਤਾਂ ਸਮਝ ਹੀ ਨਹੀਂ ਹੁੰਦੀ, ਲੀਡਰਸ਼ਿਪ ਨੂੰ ਤਾਂ ਸਮਝ ਹੋਣੀ ਚਾਹੀਦੀ ਆ ਵੀ ਤੁਸੀਂ ਕਿਹੜੀ ਸਪੇਸ 'ਚ ਓਪਰੇਟ ਕਰ ਰਹੇ ਹੋ। ਉਹ ਜੇ ਤੁਸੀਂ ਅੱਜ ਇੱਕ ਜਿਹੜੀ ਕੌਨਫਲਿਕਟ ਪੋਲਿਟਿਕਸ ਦੀ ਸਪੇਸ 'ਚ ਓਪਰੇਟ ਕਰ ਰਹੇ ਸੀ, ਜਦੋਂ ਮੋਰਚਾ ਲੱਗਿਆ ਸੀ ਉੱਥੇ ਵੋਟਾਂ ਨਾਲ ਤਾਂ ਕੋਈ ਸੰਬੰਧ ਨਹੀਂ ਸੀ, ਲੀਡਰਸ਼ਿਪ ਨਾਲ ਕੋਈ ਸੰਬੰਧ ਨਹੀਂ ਸੀ, ਲੋਕਾਂ ਦਾ ਇੱਕ ਏਕਾ ਤੇ ਉਹਨਾਂ ਦੀ ਤਾਕਤ ਸੀ ਮੋਰਚਾ। ਉੱਥੋਂ ਜਿਹੜਾ ਨੈਰੇਟਿਵ ਖੜਾ ਹੋਇਆ ਤੇ ਜਿਹੜੀ ਜਿੱਤ ਹੋਈ ਆ, ਉਹਦੇ ਕੱਲੇ ਸਾਡੇ ਇੰਟਰਨਲ ਰੀਜ਼ਨਸ ਨਹੀਂ ਆ, ਉਹਦੇ ਐਕਸਟਰਨਲ ਰੀਜ਼ਨਸ ਵੀ ਆ ਬਹੁਤ। ਉਹਦੇ ਰੀਜ਼ਨ ਸਾਡੇ ਹਿਸਟੋਰੀਕਲ ਵੀ ਆ, ਸੋਸ਼ਲ ਐਂਡ ਕਲਚਰਲ ਵੀ ਆ। ਇੱਕ ਜਦੋਂ ਐਨਾਲਿਸਿਸ ਕਰੂਗਾ ਨਾ ਕੋਈ ਸੀਰੀਅਸ ਲੈਵਲ ਤੇ ਜਾ ਕੇ, ਉਹ ਬੰਦਾ ਇਹ ਗੱਲਾਂ ਨੂੰ ਸਮਝੂਗਾ ਵੀ ਸੋਸ਼ਲ ਰੀਜ਼ਨ ਕੀ ਰਹੇ ਤੇ ਐਕਸਟਰਨਲ
ਇੰਟਰਨਲ ਰੀਜ਼ਨਸ ਕੀ ਰਹੇ, ਜਿਵੇਂ 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 ਬਈ ਕਲਚਰਲ ਰੀਜ਼ਨ ਕੀ ਰਹੇ। ਜਿਵੇਂ 1 ਸਾਲ ਉੱਥੇ ਆਪਾਂ ਬੈਠੇ ਰਹੇ ਹਾਂਜੀ, ਵੀ ਉਹਦਾ ਬਹੁਤ ਵੱਡਾ ਪ੍ਰੈਸ਼ਰ ਪਿਆ ਜਾਂ ਹੋਰ ਕੋਈ ਪ੍ਰੈਸ਼ਰ? ਨਹੀਂ ਦੇਖੋ ਪ੍ਰੈਸ਼ਰ ਕੀ ਪਿਆ, ਪ੍ਰੈਸ਼ਰ ਇਹ ਪਿਆ, ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਇੰਟਰਨੈਸ਼ਨਲ ਲੈਵਲ ਤੋਂ। ਇਹ ਸਾਊਥ ਏਸ਼ੀਆ 'ਚ ਇੱਕ ਨਾ ਆਪਾਂ 26 ਨਵੰਬਰ ਨੂੰ ਦਿੱਲੀ ਗਏ ਸੀ ਜੀ। ਉਸ ਵੇਲੇ ਮੈਂ ਇੱਕ ਪੁਲਿਸ ਆਫੀਸਰ ਨਾਲ ਗੱਲ ਕਰ ਰਿਹਾ ਸੀ ਜੀ। ਉਹਨਾਂ ਨਾਲ ਇੱਕ ਮੇਰੀ ਸਟੇਟਮੈਂਟ ਬੜੀ ਨੈਸ਼ਨਲ ਮੀਡੀਆ ਨੇ ਵੀ ਚਲਾਈ that ਕਿ ਅਸੀਂ ਪੰਜਾਬ ਤੋਂ ਅਸੀਂ ਦਿੱਲੀ ਕਿਉਂ ਨਹੀਂ ਜਾ ਸਕਦੇ ਸ਼ਾਇਦ ਇਸ ਤਰ੍ਹਾਂ and also that the entire South Asia will get affected from this agitation, this because ਉਹ ਇੱਕ ਐਥਨੀਸਿਟੀ ਨੂੰ ਅਸੀਂ ਰਿਪਰੈਜ਼ੈਂਟ ਕਰ ਰਹੇ ਸੀ, ਇੱਕ ਉਸ ਜਜ਼ਬੇ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਜਿਹੜਾ ਇਸ ਖਿੱਤੇ 'ਚ ਪਿਆ। ਔਰ ਇਹ ਖਿੱਤੇ 'ਚ ਜਜ਼ਬਾ ਜਿਹੜਾ ਪਿਆ, ਇਹ ਪਿਆ ਸਾਡੇ ਇਤਿਹਾਸ ਕਰਕੇ ਵੀ। ਲੋਕਾਂ ਦੇ ਮਨਾਂ 'ਚ ਜਿਹੜਾ ਗੁੱਸਾ ਸੀ, ਉਹ ਜੋ 80ਆਂ ਤੋਂ ਬਾਅਦ ਜੋ ਸਾਰੀਆਂ ਗੱਲਾਂ ਪੰਜਾਬ ਨਾਲ ਵਾਪਰੀਆਂ, ਉਹ ਗੁੱਸਾ ਵੀ ਉਹਨਾਂ ਦੇ ਮਨਾਂ 'ਚ ਪਿਆ ਸੀ, ਜਿਹੜਾ ਕਿਤੇ ਜਾ ਕੇ ਫੁੱਟਿਆ। ਕੱਲਾ 84 ਨਹੀਂ, 84 ਤੋਂ 92 95 ਤੱਕ ਜੋ ਸਭ ਕੁਝ ਹੋਇਆ, ਜੋ ਸਾਡੇ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਇੱਥੇ ਸਰਕਾਰਾਂ ਨੇ ਤੇ ਸਟੇਟ ਨੇ। ਹੁਣ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਰੀਜ਼ਨਸ ਕੀ ਰਹੇ, ਰੀਜ਼ਨਸ ਇਹ ਰਹੇ ਵੀ ਸਾਊਥ ਏਸ਼ੀਆ 'ਚ ਚਾਈਨਾ ਇੱਕ ਬਹੁਤ ਵੱਡੀ ਪਾਵਰ ਬਣ ਗਿਆ ਤੇ ਚਾਈਨਾ ਨੇ ਇੱਕ ਇਹੋ ਜਿਹਾ ਥ੍ਰੈਟ ਇੰਡੀਆ ਨੂੰ ਪੇਸ਼ ਕਰਤਾ ਵੀ ਇੰਡੀਆ ਇਸ ਖਿੱਤੇ 'ਚ ਅਫਗਾਨਿਸਤਾਨ ਨਾਲ ਵੀ, ਪਾਕਿਸਤਾਨ ਨਾਲ ਵੀ, ਕਸ਼ਮੀਰ 'ਚ ਵੀ ਜੂਝ ਰਿਹਾ ਤੇ ਉਹ ਪੰਜਾਬ ਨਾਲ ਨਹੀਂ ਜੂਝਣਾ ਚਾਹੁੰਦਾ। ਪਰ 1 ਸਾਲ ਬਾਅਦ ਕਿਉਂ ਪਤਾ ਲੱਗਿਆ ਦੀਪ ਸਿੱਧੂ ਜੀ? ਹੁਣ ਤੁਸੀਂ ਅੱਜ ਗੱਲ ਕਰ ਰਹੇ ਹੋ, 1 ਸਾਲ ਕਿਉਂ ਲੱਗ ਗਿਆ ਮੋਦੀ ਸਾਹਿਬ ਨੂੰ ਇਹ ਸਮਝਣ ਨੂੰ ਕਿ ਅਫਗਾਨਿਸਤਾਨ ਵੀ ਅਗੇਂਸਟ ਹੈ, ਪਾਕਿਸਤਾਨ ਵੀ ਅਗੇਂਸਟ ਹੈ, J&K 'ਚ ਵੀ ਕਿਸ ਤਰ੍ਹਾਂ ਦੇ ਮਾਹੌਲ ਹੈ, ਪੰਜਾਬ 'ਚ ਨਾ ਹੋ ਜਾਵੇ? ਇਹ ਗੱਲ ਮੈਂ ਤੁਹਾਨੂੰ ਇਹਦੇ ਤੇ ਆਉਣਾ, ਇਹਦਾ ਆਪਾਂ ਪਹਿਲਾਂ ਰੀਜ਼ਨਸ ਕੀ ਰਹੇ ਇਹ ਤੇ ਗੱਲ ਕਰਦੇ ਹਾਂ, ਫਿਰ 1 ਸਾਲ ਬਾਅਦ ਕਿਉਂ ਪਤਾ ਲੱਗਿਆ ਇਹਦੇ ਤੇ ਆਉਣੇ ਆ। ਠੀਕ ਹੈ। ਰੀਜ਼ਨਸ ਇਹ ਰਹੇ, ਇੱਕ ਤਾਂ ਇਹ ਇੰਟਰਨੈਸ਼ਨਲ ਹਾਲਾਤ ਆ ਜਿਹੜੇ, ਦੂਜਾ ਜਿਹੜਾ ਰੀਜ਼ਨ ਇਹ ਆ ਵੀ ਪੰਜਾਬ ਨੇ ਆਪਦੇ ਆਪ 'ਚ ਐਂਟੀ ਸਟੇਟ ਨੈਰੇਟਿਵ ਬਿਲਡ ਕਰਤਾ ਸੀ। ਤੁਸੀਂ ਵੇਖੋ ਨੌਜਵਾਨਾਂ ਦੀ ਇਨਸਪੀਰੇਸ਼ਨ ਕਿੱਥੋਂ ਆ ਰਹੀ ਸੀ, ਸੰਤਾਂ ਦੀ ਗੱਲ ਕਿਵੇਂ ਹੋਣ ਲੱਗ ਗਈ ਸੀ, ਜਿਹੜੇ ਉਹ ਥੰਮ ਗੱਡ ਕੇ ਗਏ ਆ, ਸਟੇਟ ਦਾ ਨੈਰੇਟਿਵ ਉਹਦੇ ਸਾਹਮਣੇ ਕਿਵੇਂ ਝੂਠਾ ਪੈ ਗਿਆ ਤੇ ਕਿਵੇਂ ਦਿੱਲੀ ਨੂੰ ਗਾਣਿਆਂ 'ਚ ਸੰਬੋਧਨ ਕਰਨ ਲੱਗ ਗਏ, ਗੀਤਕਾਰ ਵੀ ਤੇ ਗਾਇਕ ਵੀ। ਬਿਲਕੁਲ। ਦਿੱਲੀ ਦੇ ਨਾਲ ਜਿਹੜਾ ਰਿਸ਼ਤਾ ਡਿਫਾਈਨ ਕੀਤਾ ਉਹਨਾਂ ਨੇ, ਉਹ ਇਹ ਕੀਤਾ ਵੀ ਦਿੱਲੀ ਤਾਂ ਸਾਡੀ ਦੁਸ਼ਮਣ ਆ ਤੇ ਸਾਡੇ ਬਾਬਾ ਬਘੇਲ ਸਿੰਘ ਹੋਣਾ ਨੇ ਜਿੱਤੀ ਸੀ, ਅਸੀਂ ਵੀ ਜਿੱਤਾਂਗੇ। ਕਿੱਥੋਂ ਆ ਰਹੀ ਸੀ ਇਹ ਸਾਰੀ ਇਨਸਪੀਰੇਸ਼ਨ? ਇਤਿਹਾਸ ਚੋਂ ਹੈ ਨਾ, ਇਤਿਹਾਸ ਚੋਂ। ਇਹ ਇੱਕ ਰੀਜ਼ਨ ਬਹੁਤ ਵੱਡਾ ਵੀ ਦਿੱਲੀ ਨੂੰ ਅਸੀਂ ਦੇਖਦੇ ਕਿਵੇਂ ਆ। ਫਿਰ ਅਗਲਾ ਜਿਹੜਾ ਰੀਜ਼ਨ ਆ, ਜਿਹੜਾ ਡਾਇਸਪੋਰਾ ਨਾ ਸਾਡਾ, ਸਾਰੇ NRIs ਬੈਠੇ ਆ, ਉਹਨਾਂ ਨੇ ਇੱਕ ਨੈਰੇਟਿਵ ਇੰਟਰਨੈਸ਼ਨਲੀ ਬਿਲਡ ਕੀਤਾ ਜਿਹੜਾ ਐਂਟੀ ਸਟੇਟ, ਐਂਟੀ BJP ਨੈਰੇਟਿਵ। ਤੁਸੀਂ ਵੇਖੋ ਮੋਦੀ ਜਿੱਥੇ ਜਾਂਦਾ ਸੀ ਵਿਰੋਧ, ਕਿੰਨਾ ਵਿਰੋਧ ਅਸੀਂ ਦੇਖਿਆ ਸਭ ਕੁਝ, ਤੇ ਇੱਥੇ ਵੀ ਹਰਿਆਣਾ, ਪੰਜਾਬ, UP 'ਚ ਵੀ ਦੇਖੋ ਤੁਸੀਂ ਕਿ ਕਿਸ ਲੈਵਲ ਤੱਕ ਇੱਕ ਵਿਰੋਧ ਹੋਇਆ। ਭਾਜਪਾ ਦੇ ਲੀਡਰਾਂ ਨੂੰ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ। ਇਹ ਡਾਇਸਪੋਰਾ ਤੇ ਪਲੱਸ ਜਿਹੜੇ ਸਾਡੇ ਇੱਥੋਂ ਦੇ ਹਾਲਾਤ ਕਿਸ ਤਰ੍ਹਾਂ ਦੇ ਪੈਦਾ ਹੋ ਗਏ। ਜਿਹੜੀ ਹੋਰ ਅਗਲੀ ਗੱਲ ਆਪਾਂ ਇਹਦੇ 'ਚ ਦੇਖਣੀ ਆ, ਫਿਰ ਇੱਕ ਉਹ ਜਿਹੜੇ ਰੈਫਰੈਂਡਮ ਵਾਲੇ ਚੱਲ ਰਹੇ ਆ, ਉਹਨਾਂ ਨੇ ਰੈਫਰੈਂਡਮ ਕਰਾਇਆ, ਉੱਥੇ ਜਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ, ਉਹ ਮੀਡੀਆ ਨੇ ਦਿਖਾਇਆ, ਸਾਰੇ ਵਰਲਡ ਨੇ ਦੇਖਿਆ। ਤੁਹਾਨੂੰ ਲੱਗਦਾ ਜਿਹੜੀਆਂ ਗਵਰਨਮੈਂਟ ਏਜੰਸੀਜ਼ ਆ, ਇੰਡੀਅਨ ਸਟੇਟ ਦੀਆਂ ਏਜੰਸੀਜ਼ ਆ, ਉਹਨਾਂ ਦੀ ਨਿਗਾਹ ਨਹੀਂ ਹੋਊਗੀ? ਤੇ ਰੈਫਰੈਂਡਮ 'ਚ ਜਾ ਕੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨਾਲ, ਉਹਨਾਂ ਦਾ ਪੰਜਾਬ ਦੇ ਬੰਦਿਆਂ ਨਾਲ ਕੋਈ ਸੰਬੰਧ ਨਹੀਂ ਹੋਊਗਾ। ਇਹ ਗੱਲ ਤਾਂ ਸਮਝੋ, ਉਹ ਰਿਸ਼ਤੇਦਾਰੀ ਆ ਨਾ ਜਿਹੜੇ ਇੱਥੇ ਕੋਈ ਬੈਠੇ ਹੋਣ, ਆਪਣਾ ਹੀ ਨੇ। ਸੋ ਇਹਦਾ ਮਤਲਬ ਜਿਹੜੀ ਇਨਸਪੀਰੇਸ਼ਨ ਇੱਕ ਮਿਲ ਰਹੀ ਆ, ਉਹ ਕਿਸ ਐਸਪੀਰੇਸ਼ਨ ਤੋਂ ਮਿਲ ਰਹੀ ਹੈ, ਕਿਸ ਭਾਵਨਾ ਤੋਂ ਮਿਲ ਰਹੀ ਹੈ? ਐਂਟੀ ਸਟੇਟ। ਹੁਣ ਉਹ ਕਿੱਥੋਂ ਪੈਦਾ ਹੋ ਰਿਹਾ? ਪੰਜਾਬ ਤੋਂ। ਤੇ ਪੰਜਾਬ ਦੀ ਕਿਹੜੀ ਕਮਿਊਨਿਟੀ ਤੋਂ? ਸਿੱਖਾਂ ਤੋਂ। ਫਿਰ ਅਕੋਮੋਡੇਟ ਕਿਹਨੂੰ ਕੀਤਾ ਗਿਆ? ਇਸ ਜਿਹੜੇ ਕਾਨੂੰਨ ਬਣਾਏ ਗਏ, ਹੁਣ ਇਹ ਸਾਰੇ ਹਾਲਾਤ ਆ ਨਾ ਜਿਹੜੇ ਬਾਈ ਜੀ, ਉਹ ਇੱਕਦਮ ਨਹੀਂ ਪੈਦਾ ਹੋਏ, 1 ਸਾਲ 'ਚ ਬਣਦੇ ਹਾਲਾਤ ਬਣੇ ਆ। 26 ਜਨਵਰੀ ਨੂੰ ਇਹਨਾਂ ਨੇ ਲੱਖ ਜ਼ੋਰ ਲਾ ਲਿਆ ਵੀ ਅਸੀਂ ਭੰਡੀਏ, ਇਹਨੂੰ ਇੱਕ ਬੈਡ ਲਾਈਟ 'ਚ ਦਿਖਾਈਏ, ਪਰ 26 ਜਨਵਰੀ ਬਾਅਦ 'ਚ ਕਿੰਨਾ ਨੈਰੇਟਿਵ ਚੇਂਜ ਹੋ ਗਿਆ। ਆਪ ਹੀ ਇਹਨਾਂ ਦੇ ਬੰਦੇ ਕਹਿਣ ਲੱਗ ਗਏ ਵੀ ਕੁਝ ਗਲਤ ਨਹੀਂ ਹੋਇਆ ਸੀ। ਫਿਰ ਨਾਰਥ ਈਸਟ 'ਚ ਹੁਣੇ ਇਹਨਾਂ ਨੇ ਜਿਵੇਂ ਪੰਜਾਬ 'ਚ BSF ਦਾ ਘੇਰਾ ਵਧਾਇਆ, ਨਾਰਥ ਈਸਟ 'ਚ ਫੌਜ ਨੂੰ ਰਾਈਟਸ ਦੇਤੇ, ਬੰਗਾਲ 'ਚ, ਅਸਾਮ 'ਚ ਉਹ ਬੰਦੇ ਕਿਵੇਂ ਉਹਨਾਂ ਨੇ ਮਾਰੇ, ਸਿਵਿਲੀਅਨਸ ਉੱਥੇ ਜੋ ਜਿਸ ਤਰ੍ਹਾਂ ਦੀ ਮੂਵਮੈਂਟ ਖੜੀ ਹੋ ਗਈ। ਸੋ ਸੈਂਟਰ ਗਵਰਨਮੈਂਟ ਆ ਜਿਹੜੀ, ਇੱਕ ਸੈਂਟਰਲਾਈਜੇਸ਼ਨ ਆਫ ਪਾਵਰ ਆ, ਉਹ ਨਿਊਕਲੀਅਸ ਆ। ਉਹਨਾਂ ਨੇ ਦੇਖਣਾ ਨਾ ਵੀ ਅਸੀਂ ਕਿਸ ਤਰ੍ਹਾਂ ਹੁਣ ਵਿਚਰਨਾ, ਹੁਣ ਦੇਸ਼ ਦੇ ਹਿੱਤ 'ਚ ਕੀ ਗੱਲ ਆ ਸਾਡੇ ਲਈ। ਸੋ ਇਹ ਸਾਰੇ ਰੀਜ਼ਨਸ ਆ ਜਿਹੜੇ ਉਹ ਰਹੇ,
ਪਰ ਉਹ ਤਾਂ ਹੀ ਰਹੇ ਜੇ ਜਿਹੜੇ ਸਾਡੇ ਲੋਕ ਸੀ ਉਹ ਡਟੇ ਰਹੇ, ਉਹ ਡਟੇ ਵੀ ਰਹੇ। ਠੀਕ ਹੈ ਹਨਾ, ਇਸ ਗੱਲ ਨੂੰ ਆਪਾਂ ਕਿਸੇ ਵੀ ਚੀਜ਼ ਨੂੰ ਅਸੀਂ ਇਹ ਕਹਿ ਦਈਏ ਵੀ ਅਸੀਂ ਨਿਗਲੈਕਟ ਕਰ ਦਾਂਗੇ, ਇਗਨੋਰ ਕਰ ਦਾਂਗੇ, ਇਹ ਬੜੇ ਐਸਪੈਕਟਸ ਆ ਜਿਹੜੇ ਇਹਨਾਂ ਨੂੰ ਕੰਸੀਡਰ ਕਰਕੇ ਫਿਰ ਗਵਰਨਮੈਂਟ, ਅਦਰਵਾਈਜ਼ ਕਿਸਾਨਾਂ ਨੇ ਤਾਂ ਚਿੱਠੀ ਲਿਖਤੀ ਸੀ, 22 ਜਥੇਬੰਦੀਆਂ ਨੇ ਚਿੱਠੀ ਲਿਖਤੀ ਸੀ, ਉਹ ਚਿੱਠੀ ਜਨਤਕ ਹੋ ਚੁੱਕੀ ਆ, ਉਹਨਾਂ ਨੇ ਅਗਲੇ ਨੇ ਰਿਲੀਜ਼ ਕਰਤੀ ਵੀ ਤੁਸੀਂ ਵੀ ਤੁਸੀਂ ਇੱਕ ਕਾਨੂੰਨ ਕੈਨਸਲ ਕਰ ਦਿਓ, ਇੱਕ ਤੇ ਤੁਸੀਂ ਕਮੇਟੀ ਬਣਾ ਦਿਓ, ਇੱਕ ਸੂਬਿਆਂ ਤੇ ਛੱਡ ਦਿਓ। ਇਹ ਤਾਂ ਚਿੱਠੀ ਲਿਖੀ ਗਈ ਆ, ਪਹਿਲਾਂ ਵੀ ਹੋ ਗਿਆ ਸੀ, ਕਾਫੀ ਸਹਿਮਤੀ ਉਸ ਤੇ ਵੀ ਸੀ ਕਿ ਡਿਲੇ ਕਰ ਦਿਓ, ਤਾਂ ਵੀ ਮੰਨ ਗਏ ਸੀ। ਤੇ ਜੇ ਕੱਲਾ ਇੱਥੋਂ ਦਾ ਹੀ ਪ੍ਰੈਸ਼ਰ ਹੁੰਦਾ ਤੇ ਫਿਰ ਤਾਂ ਉਹਨਾਂ ਨੂੰ ਚਿੱਠੀ ਜੋ ਲਿਖੀ ਆ ਉਹ ਉਹਨਾਂ ਨੂੰ ਜ਼ਿਆਦਾ ਸੂਟ ਕਰਦੀ। ਮੋਦੀ ਨੇ ਇਹ 3 ਕਾਨੂੰਨ ਕੈਨਸਲ ਕਰਕੇ ਆਪਦੀ ਕਨਸਟੀਟਿਊਐਂਸੀ ਤੋੜੀ ਆ, ਆਪਦੇ ਲੋਕਾਂ ਦੀ ਵਿਰੋਧਤਾ ਸਹੀ ਆ ਉਹਨੇ, ਪਰ ਉਹਦੇ ਲਈ ਜ਼ਰੂਰੀ ਸੀ ਕਿਉਂਕਿ ਜਿਹੜੀ ਸਾਰੀ ਇੱਕ ਸਟੇਟ ਪਿੱਛੇ ਡੀਪ ਸਟੇਟ ਕੰਮ ਕਰਦੀ ਆ, ਉਹਨਾਂ ਨੇ ਕਿਹਾ ਵੀ ਕਮਲੇ ਹੋ ਤੁਸੀਂ, ਇੱਥੇ ਗੱਲ ਕੀ ਵਾਪਰ ਰਹੀ ਆ ਤੇ ਤੁਹਾਡੀ ਪੋਲਿਟਿਕਸ ਇੰਪੋਰਟੈਂਟ ਨਹੀਂ ਆ, ਤੁਹਾਡੀ ਪੋਲਿਟਿਕਸ ਫੇਰ ਸਿਰਜੀ ਜਾਊਗੀ, ਪਰ ਅਸੀਂ ਜੋ ਹਾਲਾਤ ਬਣ ਰਹੇ ਆ ਉਹਨਾਂ ਨੂੰ ਦੇਖਦੇ ਹੋਏ ਸਾਨੂੰ ਇਹ ਫੈਸਲਾ ਲੈਣਾ ਪਊਗਾ। ਠੀਕ ਹੈ, ਹੁਣ ਇਹ ਤੋਂ ਅੱਗੇ ਚੱਲੀਏ, ਪੰਜਾਬ ਤੇ ਆਉਣਾ ਚਾਹੁੰਦੇ ਹਾਂ। ਪੰਜਾਬ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਤੇ ਬਹੁਤ ਸਾਰੀਆਂ ਧਿਰਾਂ ਇਲੈਕਸ਼ਨ ਲੜ ਰਹੀਆਂ ਨੇ, ਕਿਸਾਨ ਜਥੇਬੰਦੀਆਂ ਚਲੋ ਹਜੇ ਵਿਚਾਰ ਵਟਾਂਦਰੇ ਚ ਪਈਆਂ ਨੇ, ਤਾਂ ਹੁਣ ਪੰਜਾਬ ਦੇ ਭਲੇ ਦੀ ਜਦੋਂ ਗੱਲ ਕਹਿੰਦੇ ਆ ਕਿ ਪੰਜਾਬ ਨੂੰ ਬਚਾਉਣਾ ਹੈ, ਪੰਜਾਬ ਨੂੰ ਬਚਾਉਣਾ, ਧਿਰਾਂ ਇੰਨੀਆਂ ਨੇ, ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਪੰਜਾਬ ਨੂੰ ਬਚਾਊਗਾ ਕੌਣ, ਕਿਵੇਂ ਬਚੂ ਪੰਜਾਬ। ਦੇਖੋ ਇਹੀ ਤਰਾਸਦੀ ਹੈ ਨਾ, ਪ੍ਰੋਬਲਮ ਇਹੀ ਹੈ, ਜਦੋਂ ਮੈਂ ਕਿਹਾ ਮਾਨਸਿਕ ਨਸ਼ਲਕੁਸ਼ੀ ਸਾਡੀ ਹੋ ਚੁੱਕੀ ਹੈ, ਕਿ ਜਿਹੜੀ ਜੈਨੋਸਾਈਡ ਹੈ ਨਾ ਉਹ ਮਾਨਸਿਕ ਵੀ ਹੋਈ ਆ, ਔਰ ਇਹ ਜੈਨੋਸਾਈਡ ਜਿਹੜੀ ਸਾਡੇ ਨਸ਼ੇ ਵੀ ਆ ਇੱਥੇ, ਉਹ ਵੀ ਇੱਕ ਜੈਨੋਸਾਈਡ ਪ੍ਰੋਸੈਸ ਦੇ ਅੰਡਰ ਹੋ ਰਹੀ ਹੈ, ਇੱਕ ਸਟੇਟ ਪਾਲਿਸੀ ਆ ਇਹ। ਅਦਰਵਾਈਜ਼ ਤੁਹਾਨੂੰ ਲੱਗਦਾ ਵੀ ਨਸ਼ੇ ਨਾ ਖਤਮ ਹੋਣਗੇ? ਜੇ ਪੋਲੀਟੀਕਲ ਵਿਲ ਹੋਵੇ ਨਸ਼ੇ ਨਾ ਖਤਮ ਹੋਣ, ਪੋਲੀਟੀਕਲ ਵਿਲ ਹੋਵੇ ਪ੍ਰਵਾਸ ਨਾ ਰੁਕੇ, ਬਟ ਉਹ ਪੋਲੀਟੀਕਲ ਵਿਲ ਹੀ ਹੈ ਨਹੀਂ। ਔਰ ਜੇ ਸਾਡੇ ਬੰਦੇ ਇਹ ਕਹਿ ਰਹੇ ਆ ਵੀ ਅਸੀਂ ਕਰ ਦਾਂਗੇ ਸਭ ਕੁਝ ਠੀਕ, ਉਹ ਝੂਠ ਬੋਲ ਰਹੇ ਆ, ਉਹ ਝੂਠ ਇਸ ਕਰਕੇ ਬੋਲ ਰਹੇ ਆ ਜਾਂ ਉਹ ਵਾਅਦੇ ਜਿਹੜੇ ਕਰ ਰਹੇ ਆ ਉਹਨਾਂ ਵਾਅਦਿਆਂ 'ਚ ਕੋਈ ਦਮ ਨਹੀਂ ਆ। ਮੈਂ ਉਹਨਾਂ ਤੁਹਾਡੇ ਮੈਂ ਤੁਸੀਂ ਕਰ ਲਿਓ ਪੂਰੀ। ਫਿਰ ਨਵਜੋਤ ਸਿੰਘ ਸਿੱਧੂ ਹਰ ਰੋਜ਼ ਸਟੇਟਮੈਂਟ ਦਿੰਦੇ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਰੈਵਨਿਊ ਜਨਰੇਟ ਹੋਏਗਾ ਤਾਂ ਪੰਜਾਬ ਬਚ ਸਕਦਾ, ਕਿਉਂਕਿ ਜਿੰਨੇ ਵੀ ਲੋਕ ਨੇ ਨੌਕਰੀਆਂ ਮੰਗਦੇ ਨੇ, ਹੋਰ ਚੀਜ਼ਾਂ ਮੰਗਦੇ ਨੇ ਕਿ ਅਸੀਂ ਰੇਤਾ ਵੇਚਾਂਗੇ ਮਹਿੰਗਾ, ਸ਼ਰਾਬ ਨੂੰ ਸਰਕਾਰੀ ਕਰ ਦਾਂਗੇ, ਹੋਰ ਰਿਸੋਰਸਿਸ ਤੋਂ ਪੈਸਾ ਇਕੱਠਾ ਕਰਾਂਗੇ ਤੇ ਉਹਦੇ ਨਾਲ ਪੰਜਾਬ ਬਚ ਜੂਗਾ। ਨਹੀਂ ਦੇਖੋ, ਇਹ ਸਾਡੀ ਮੰਦਭਾਗੀ ਗੱਲ ਆ ਵੀ ਅਸੀਂ ਮੁੱਦਿਆਂ ਨੂੰ ਸਿਰਫ ਆਰਥਿਕ ਲੈਵਲ ਤੇ ਹੀ ਸਮਝ ਰਹੇ ਹਾਂ, ਜਾਂ ਇਸ ਨੂੰ ਸਿਰਫ ਇੱਕ ਐਡਮਿਨਿਸਟ੍ਰੇਟਿਵ ਪ੍ਰੋਬਲਮ ਦੀ ਤਰ੍ਹਾਂ ਡਿਫਾਈਨ ਕਰਦੇ ਹਾਂ ਵੀ ਆਰਥਿਕਤਾ ਨਾਲ ਹੀ ਜੁੜਿਆ ਹੋਇਆ ਸਭ ਕੁਝ ਆ, ਹਨਾ। ਕਿਸਾਨਾਂ ਨੂੰ ਵੀ ਆਰਥਿਕਤਾ ਨਾਲ ਜੁੜਿਆ ਹੋਇਆ ਦੇਖਿਆ, ਐਮਐਸਪੀ ਉਹਨਾਂ ਦਾ ਮਸਲਾ ਹੈਗਾ। ਹਾਲਾਂਕਿ ਐਮਐਸਪੀ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਆਰਥਿਕ ਤੌਰ ਤੇ ਵੀ ਐਮਐਸਪੀ ਦਾ। ਕਿਵੇਂ? ਉਹ ਆਏ ਜਿਹੜੀ ਐਮਐਸਪੀ ਹੈ ਨਾ ਉਹ ਪੰਜਾਬ ਨੂੰ 60% ਮਿਲਦੀ ਸੀ ਅੱਜ ਤੱਕ, ਔਰ 60% ਤੋਂ ਬਾਅਦ 25% ਹਰਿਆਣੇ ਨੂੰ ਮਿਲਦੀ ਸੀ, 15% ਬਾਕੀ ਇੰਡੀਆ 'ਚ ਡਿਸਟ੍ਰੀਬਿਊਟ ਹੁੰਦੀ ਸੀ, ਯੂਪੀ 'ਚ ਜ਼ਿਆਦਾ ਹੈਗਾ। ਹਾਂ, ਹਨਾ। ਸਾਊਥ 'ਚ ਐਮਐਸਪੀ ਦਾ ਕੋਈ ਕਨਸੈਪਟ ਹੀ ਨਹੀਂ ਆ। ਉਹ ਬੰਦਿਆਂ ਨੇ ਆਪਦੀ ਜਿਹੜੀ ਐਗਰੀਕਲਚਰ ਵੀ ਆ ਨਾ ਉਹਨਾਂ ਦਾ ਐਗਰੀਰੀਅਨ ਪਾਲਿਸੀ, ਉਹਨੂੰ ਇਸ ਤਰ੍ਹਾਂ ਉਹਨਾਂ ਨੇ ਡਿਵੈਲਪ ਕੀਤਾ ਹੋਇਆ ਜਾਂ ਇਵੋਲਵ ਕੀਤਾ ਹੋਇਆ ਵੀ ਉਹ ਸੈਲਫ ਡਿਪੈਂਡੈਂਟ ਬਣੇ ਹੋਏ, ਤੇ ਡਿਪੈਂਡੈਂਸੀ ਨਹੀਂ ਆ। ਹੁਣ ਐਮਐਸਪੀ ਕੀ ਹੈ? ਇੱਕ ਉਹ ਸਕੀਮ ਆ ਜਿਹੜੀ ਸਾਨੂੰ 1966 'ਚ ਦਿੱਤੀ ਗਈ, ਸੈਂਟਰ ਤੇ ਡਿਪੈਂਡੈਂਸੀ। 1966 ਜਦੋਂ ਰੈਵੋਲੂਸ਼ਨ, ਗ੍ਰੀਨ ਰੈਵੋਲੂਸ਼ਨ ਆਇਆ, ਨਾਲ ਦੀ ਨਾਲ ਐਮਐਸਪੀ ਇੰਟਰੋਡਿਊਸ ਕੀਤੀ ਗਈ। ਜਦੋਂ ਇਹ ਦੇਸ਼ ਅਨਾਜ ਦੇ ਇੱਕ ਕ੍ਰਾਈਸਿਸ 'ਚ ਸੀ, ਹਨਾ, ਫੂਡ ਕ੍ਰਾਈਸਿਸ ਸੀ, ਉਹਦੇ ਨਾਲ ਜੂਝ ਰਿਹਾ ਸੀ। ਹੁਣ ਐਮਐਸਪੀ ਜਿਹੜੀ ਆ ਉਹ ਪ੍ਰੋਬਲਮ ਨਹੀਂ ਹੈ ਸਾਡੇ ਲਈ ਵੀ ਸਾਨੂੰ ਫਸਲਾਂ ਦੇ ਮੁੱਲ ਨਹੀਂ ਮਿਲਦੇ, ਉਹ ਤਾਂ ਮਿਲਦੇ ਹੀ ਸੀ। ਸਰਕਾਰ ਦਾ ਜੋ ਬਜਟ ਆ ਨਾ ਟੋਟਲ, ਜਿਹੜਾ 4200 ਲੱਖ ਕਰੋੜ ਬਜਟ ਆ ਉਹਨਾਂ ਦਾ, ਜਿਹੜਾ ਟੋਟਲ ਪਾਲਿਸੀਜ਼ ਲਈ ਐਲੋਕੇਟ ਕਰਦੇ ਆ, ਉਹਦਾ 30% ਇਹ ਖੇਤੀਬਾੜੀ ਲਈ ਐਲੋਕੇਟ ਕਰਦੇ ਆ। 30,000 ਤੇ 35,000 ਦੀ ਲਿਮਿਟ ਆਉਂਦੀ ਆ ਦੋਨਾਂ ਟਰਮਾਂ 'ਚ, 65,000 ਕਰੋੜ ਦਾ, 65 ਜਾਂ 80,000 ਕਰੋੜ ਦਾ ਇੱਥੋਂ ਤੱਕ ਪੰਜਾਬ ਦਾ। ਔਰ ਟੋਟਲ ਪ੍ਰੋਡਿਊਸ ਆ ਜਿਹੜਾ ਉਹਦਾ 30% ਲਿਫਟ ਕਰਦੀ ਹੈ ਗਵਰਨਮੈਂਟ, 30% ਟੋਟਲ ਇੰਡੀਆ ਦੀ ਪ੍ਰੋਡਿਊਸ ਦਾ, ਜੀ ਹਨਾ। ਉਹ ਜੇ ਆਪਾਂ ਇਹ ਕਹੀਏ ਵੀ ਅੱਜ ਐਮਐਸਪੀ ਦਾ ਕਾਨੂੰਨ ਬਣਦਾ ਵੀ ਉਹ 30% ਲਿਫਟ ਨਾ ਕਰਨ, 100% ਲਿਫਟ ਕਰਨ, ਇਹਦਾ ਮਤਲਬ ਟੋਟਲ ਜਿਹੜਾ ਉਹਨਾਂ ਦਾ ਬਜਟ ਆ ਉਹਦਾ ਚੌਥਾ ਹਿੱਸਾ ਚਾਹੀਦਾ, ਨੀਅਰਲੀ ਤੀਜੇ ਤੋਂ ਵੱਧ ਤੇ ਚੌਥੇ ਤੋਂ ਥੋੜਾ ਜਿਹਾ ਘੱਟ। ਉਹਨਾਂ ਕੋਲੇ, ਯੂਨੀਅਨ ਗਵਰਨਮੈਂਟ ਕੋਲੇ ਆਪਦਾ ਹੀ ਬਜਟ ਨਹੀਂ ਆ,
ਵੀ ਉਹ ਲਿਫਟ ਕਰ ਸਕਣ। ਸੋ ਉਹ ਤਾਂ ਇਹ ਪ੍ਰੋਮਿਸ ਕਰਨਗੇ ਨਹੀਂ ਤੁਹਾਨੂੰ। ਫਿਰ ਇੱਕ ਹੋਰ ਕੀ ਕਰਨਗੇ, ਇਹ ਕਹਿਣਗੇ ਵੀ ਤੁਸੀਂ ਇੱਕ ਕੰਮ ਕਰੋ, ਤੁਸੀਂ MSP ਤੇ ਕਾਨੂੰਨ ਬਣਾ ਦਿਓ ਵੀ ਵਪਾਰੀ ਵੀ ਜੇ ਆਉਂਦਾ ਤਾਂ ਇਹ ਤੋਂ ਘੱਟ ਨਾ ਖਰੀਦੇ। ਹੁਣ ਇਹਦੇ 'ਚ ਪ੍ਰੋਬਲਮ ਕੀ ਆ, ਇਹਦੇ 'ਚ ਇਹ ਆ ਵੀ ਜਿਹੜਾ ਕੋਈ ਬਾਹਰ ਦਾ ਵਪਾਰੀ ਆ ਉਹ ਤਾਂ ਹੀ, ਜਿਵੇਂ ਬਿਹਾਰ ਆ, UP ਆ, MP ਆ, ਉੱਥੇ ਜਿਹੜੀ ਲਾਗਤ ਆ ਨਾ ਉਹ ਘੱਟ ਆ ਤੇ ਉਹਨਾਂ ਕੋਲੇ ਫਿਰ ਵੀ ਜਿਹੜੀ ਵੇਚਦੇ ਸੀ ਉਹ ਇੱਕ ਸੈਂਸ ਬਣਦੀ ਸੀ। ਉੱਥੇ 800,000 ਤੱਕ ਵਿਕਦੀ ਹਾਂ, ਕਣਕ ਜਾਂ ਜਿਹੜਾ ਆਪਾਂ ਪੈਡੀ ਕਹਿ ਦਈਏ, ਉਹਨਾਂ ਦੀ ਲਾਗਤ ਵੀ ਘੱਟ ਆ। ਪੰਜਾਬ ਦੀ ਲਾਗਤ ਜ਼ਿਆਦਾ ਤੇ MSP ਪੰਜਾਬ ਨੂੰ ਤਾਂ ਹੀ ਮਿਲਦੀ ਹੈ। ਤੇ ਪੰਜਾਬ ਨੂੰ MSP ਤਾਂ ਵੀ ਮਿਲਦੀ ਸੀ, ਪੰਜਾਬ ਨੇ ਗ੍ਰੀਨ ਰੈਵੋਲੂਸ਼ਨ 'ਚ ਬਹੁਤ ਵੱਡਾ ਇੱਕ ਜਿਹੜਾ ਆਪਾਂ ਇਹ ਕਹਿ ਲਈਏ ਵੀ ਉਹ ਆਪ ਨੂੰ ਝੋਖਿਆ ਹੋਇਆ ਪੰਜਾਬ ਨੇ ਇੱਕ ਬਹੁਤ ਵੱਡਾ ਇੱਕ ਰੋਲ ਅਦਾ ਕੀਤਾ ਹੋਇਆ ਵੀ ਸਾਡੇ ਕੋਲੇ ਲੈਂਡ ਕੰਟੈਮੀਨੇਸ਼ਨ ਨਹੀਂ, ਆਪਾਂ ਗੱਲ ਪੂਰੀ ਕਰ ਲਈਏ, ਵਾਟਰ ਕੰਟੈਮੀਨੇਸ਼ਨ, ਅਸੀਂ ਬੜਾ ਵੱਡਾ ਆਪਦੇ ਆਪ ਨੂੰ ਇਹ ਕਹਿ ਦੋ ਵੀ ਉਹਦੇ ਉੱਤੇ ਹੀ ਵਾਰਤਾ ਇਸ ਗ੍ਰੀਨ ਰੈਵੋਲੂਸ਼ਨ ਤੇ ਅਨਾਜ ਪੈਦਾ ਕਰਨ ਲਈ ਵੀ ਅਸੀਂ ਪੈਦਾ ਕਰਕੇ ਦਿੰਨੇ ਆ। ਤੇ ਇਸ ਖਾਤਰ ਜੋ ਪੰਜਾਬ ਨੇ ਆਪਦੀ ਮਿੱਟੀ, ਆਪਦਾ ਪਾਣੀ, ਸਾਡੇ ਬਿਮਾਰੀਆਂ ਜਾਂ ਇੱਥੇ ਪੈੜੀ ਸਾਡੀ, ਝੋਨਾ ਸਾਡੀ ਫਸਲ ਨਹੀਂ ਆ, ਜੋ ਅਸੀਂ ਕਰਕੇ ਦੇਤਾ ਉਹਨਾਂ ਨੂੰ, ਅਸੀਂ ਇਸ ਗੱਲ ਦੇ ਹੱਕਦਾਰ ਸੀ ਵੀ ਸਾਨੂੰ MSP ਮਿਲਣੀ ਚਾਹੀਦੀ ਆ। ਹੁਣ ਸਾਡੀ ਪ੍ਰੋਬਲਮ ਇੱਥੇ ਵੀ ਆ, ਸਾਡੀ ਇਕਨੋਮੀ ਆ ਜਿਹੜੀ ਉਹ ਵੀ ਐਗਰੇਰੀਅਨ ਇਕਨੋਮੀ ਆ। ਅੱਜ ਤੱਕ ਸਾਡੇ ਕੋਲੇ ਸਰਵਿਸ ਇੰਡਸਟਰੀ ਤੇ ਇੰਡਸਟਰੀਅਲ ਇਕਨੋਮੀ ਹੈ ਹੀ ਨਹੀਂ। ਬਾਰਡਰ ਸਟੇਟ ਆ, ਖੇਤੀ ਪ੍ਰਧਾਨ ਹੀ ਚੱਲਣਾ ਸਿਸਟਮ ਚੱਲਿਆ ਹਨਾ। ਹਜੇ ਤੱਕ 55 to 60% ਕੰਟਰੀਬਿਊਸ਼ਨ ਹੀ ਸਾਡੀ MSP ਦੀ ਆ। ਪਹਿਲੀ ਗੱਲ ਤਾਂ ਸੈਂਟਰਲ ਗਵਰਨਮੈਂਟ ਨੇ ਤੁਹਾਡੀ 100% ਚੱਕਣੀ ਨਹੀਂ। ਪ੍ਰਾਈਵੇਟ ਪਲੇਅਰਸ ਨੇ ਜਦੋਂ ਤੋਂ ਉਹਦੇ ਕੋਲੇ ਮਾਰਜਨ ਹੀ ਨਹੀਂ ਰਹੇ, ਤਾਂ ਹੀ ਤਾਂ UP ਤੋਂ ਇੱਧਰ ਹਰਿਆਣੇ ਚੋਂ ਇੱਥੇ ਲੈ ਕੇ ਆਉਂਦੇ ਸੀ ਨਾ ਵੇਚਣ ਵਾਸਤੇ, UP ਤੋਂ। ਉਹਨਾਂ ਨੇ ਇਸ ਫੀਲਡ 'ਚ ਆਉਣਾ ਨਹੀਂ। ਮੰਗ ਸਹੀ ਨਹੀਂ MSP। ਸੋ ਸੁਣੋ, MSP ਦੀ ਮੰਗ ਆ ਨਾ ਜਿਹੜੀ, ਇਹ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਕੀ ਸੀ। ਸੋ ਪਹਿਲਾਂ ਆਪਾਂ ਆਹ ਗੱਲ ਪੂਰੀ ਕਰ ਦਈਏ ਵੀ MSP ਦਾ ਪਹਿਲੀ ਗੱਲ ਜੇ ਡਿਸਟ੍ਰੀਬਿਊਟ ਹੋਈ ਉਹ ਆਲ ਇੰਡੀਆ 'ਚ ਡਿਸਟ੍ਰੀਬਿਊਟ ਹੋਊਗੀ। ਪੰਜਾਬ ਦਾ 60% ਸ਼ੇਅਰ ਘਟੂਗਾ ਤੇ ਬਾਕੀ ਸੂਬਿਆਂ ਨੂੰ ਵੰਡਿਆ ਜਾਊ ਤੇ ਸਾਡੀ ਫਸਲ ਨਹੀਂ ਚੱਕੀ ਜਾਣੀ। ਬਾਕੀਆਂ 'ਚ ਵੀ ਜਦੋਂ ਉਸ ਲੈਵਲ ਤੇ ਜਾ ਕੇ ਫਸਲ ਵਿਕੀ ਵੀ 2000 ਕੁਇੰਟਲ ਜਾਂ 2200 ਰੁਪਏ ਕੁਇੰਟਲ, ਤਾਂ ਅਗਲਿਆਂ ਨੇ ਮੁੜ ਕੇ ਉੱਥੋਂ ਚੱਕ ਲੈਣੀ ਹੈ ਜਿਹਨੇ ਲੈਣੀ ਆ। ਪੰਜਾਬ ਦਾ ਕੋਟਾ ਘਟ ਜਾਣਾ। ਹਾਂ, ਪੰਜਾਬ ਦਾ ਉਹਨਾਂ ਹਿੱਸਾ ਘਟ ਜਾਣਾ MSP ਦਾ। ਇਹਦੇ ਨਾਲ ਪੰਜਾਬ ਨੂੰ ਇੱਕ ਤਾਂ ਰੈਵਨਿਊ ਦਾ ਨੁਕਸਾਨ ਹੋ ਗਿਆ। ਅਗਲੀ ਗੱਲ ਕੀ ਆ, ਪੰਜਾਬ ਦੀ ਕਾਸਟ ਆ ਜਿਹੜੀ MSP ਦੀ ਦੇਣ ਦੀ, MSP ਕਿੱਥੋਂ ਇਹ ਜਦੋਂ CSEP ਮਿੱਥਦੇ ਆ। ਹਾਂ, ਉਹ ਜਿਹੜੀ ਲਾਗਤ ਆ ਤੁਹਾਡੀ, ਉਹਦੀ ਐਵਰੇਜ ਕਾਸਟ ਤੋਂ MSP ਮਿੱਥਦੇ ਆ। ਹੁਣ ਜੇ ਐਵਰੇਜ ਕਾਸਟ ਇੰਡੀਆ ਦੀ ਕੱਢੀ ਜਾਊਗੀ ਕੱਲ ਨੂੰ, ਘਟ ਗਈ ਹੈ, ਉਹ ਵੀ ਘਟੂਗੀ, ਬਿਹਾਰ ਦੀ ਘਟੇਗੀ, ਉਹ ਵੀ ਘਟੂਗੀ, ਤਾਂ MSP ਫਿਰ ਘਟੂਗੀ। ਇਹ ਕਹਿਣਗੇ ਵੀ ਸਾਡਾ ਤਾਂ ਫਾਰਮੂਲਾ ਇਹ ਆ। ਔਰ ਅਗਲੀ ਗੱਲ ਜਿਹੜੀ ਸਾਨੂੰ ਮਾਰ ਪੈਣੀ ਆ, ਸਾਡੀ ਲਾਗਤ ਵੱਧਦਾ, ਸਾਡੀ ਲਾਗਤ ਆਪਟੀਮਾਈਜ਼ ਨਹੀਂ ਕਰ ਸਕੇ ਅਸੀਂ ਅੱਜ ਤੱਕ, ਤੇ ਲਾਗਤ ਸਾਡੀ ਵੱਧ ਰਹੀ ਆ ਹਰ ਸਾਲ 15 ਤੋਂ 20%, ਤੇ ਜਿਹੜੀ MSP ਆ ਉਹ ਵੱਧ ਰਹੀ ਆ 5%। ਸੋ ਇਸ ਪੂਰੀ ਇਕੁਏਸ਼ਨ ਵਿਗੜੀ ਹੋਈ ਆ। ਸੋ ਬਾਈ ਜੀ, ਇਹ ਗੱਲਾਂ ਨੂੰ ਜਦੋਂ ਤੱਕ ਟੈਕਨੀਕਲੀ ਨਹੀਂ ਅਸੀਂ ਵਿਚਾਰਾਂਗੇ, ਉਦੋਂ ਤੱਕ ਅਸੀਂ ਇਹ ਕਹੀਏ ਵੀ ਕੱਲੀ MSP ਸਾਡੇ ਸੋਲੂਸ਼ਨ ਦੇ ਦੂ, MSP ਤਾਂ ਤੁਹਾਡੀ ਡਿਪੈਂਡੈਂਸੀ ਸੈਂਟਰ ਤੇ ਹੋਰ ਵਧਾ ਦਊਗੀ। ਅੱਛਾ, ਹੁਣ ਜਿਹੜੀ ਅਗਲੀ ਗੱਲ ਹੈ ਕਿ ਕਰਜ਼ੇ ਦੀ ਸੀਗੀ, ਪੰਜਾਬ ਤੇ ਕਰਜ਼ਾ ਚੜਿਆ ਕਿਉਂਕਿ ਖੇਤੀ ਨੂੰ ਲਾਹੇਵੰਦ ਧੰਦਾ ਮੰਨਿਆ ਨਹੀਂ ਜਾਂਦਾ ਹੈਗਾ, ਉਹਨਾਂ ਮੁੱਲ ਨਹੀਂ ਮਿਲਦਾ। ਤੁਸੀਂ ਆਪ ਮੰਨਿਓ ਕਿ ਲਾਗਤ ਜ਼ਿਆਦਾ ਹੈ, ਮੁੱਲ ਘੱਟ ਨੇ, ਹਨਾ। ਹਾਂਜੀ। ਤੇ ਹੁਣ 90,000 ਕਰੋੜ ਤਾਂ 5 ਸਾਲ ਪਹਿਲਾਂ ਕਹਿੰਦੇ ਸੀਗੇ, ਹੁਣ ਤਾਂ ਹੋਰ ਜ਼ਿਆਦਾ ਵੱਧ ਗਿਆ ਪੰਜਾਬ ਦਾ ਕਰਜ਼ਾ। ਪੰਜਾਬ ਦਾ ਕਰਜ਼ਾ। ਸਟੇਟ ਕੋਲੇ ਪਾਵਰ ਨਹੀਂ ਹੈਗੀ ਕਿ ਉਹ ਸਾਰਾ ਕਰਜ਼ਾ ਮਾਫ ਕਰ ਦੇਵੇ, ਇਹਨੇ ਰਿਸੋਰਸਿਸ ਨਹੀਂ ਹੈਗੇ। 88,000 ਕਰੋੜ ਤਾਂ ਬਜਟ ਜਿਹੜਾ ਰੈਵਨਿਊ ਰਿਸੋਰਸਿਸ ਨੇ, ਤੇ ਸੈਂਟਰ ਕਰਦਾ ਨਹੀਂ ਹੈਗਾ। ਹੱਲ ਕੀ ਆ ਫਿਰ? ਬਾਈ ਦੇਖੋ, ਇਹ ਗੱਲ ਮੈਂ ਤੁਹਾਨੂੰ ਦੱਸਾਂ, ਇਹਦੇ ਤੇ ਪਹਿਲਾਂ ਤਾਂ ਆਪਾਂ ਇੱਕ ਗੱਲ ਨਾ ਮੇਰੇ ਕੋਲੇ ਆਈ ਸੀ ਵੀ ਕੁਝ ਸਾਡੇ ਬੰਦੇ ਇਹ ਕਹਿ ਰਹੇ ਆ ਵੀ ਪੰਜਾਬ ਜਾਂ NRIs ਇਹ ਸਾਰਾ ਕਰਜ਼ਾ ਪੈਸਾ ਇਕੱਠਾ ਕਰ ਦੇਣ ਤੇ ਸੈਂਟਰ ਨੂੰ ਦੇ ਦਈਏ, ਆਪਾਂ ਪੰਜਾਬ ਦਾ ਕਰਜ਼ਾ ਉਤਰੇ ਪਹਿਲਾਂ ਤਾਂ। ਹੁਣ ਇਹ ਗੱਲ ਆ ਨਾ ਜਿਹੜੀ ਸਾਡੀ ਤਰਾਸਦੀ ਦੇਖੋ, ਸਾਡਾ ਇੰਟੈਲੈਕਚੁਅਲ ਕੈਲੀਬਰ ਦੇਖੋ ਕਿੱਥੇ ਪਿਆ। ਵੀ ਅੱਜ ਅਸੀਂ ਜਦੋਂ ਪਾਣੀਆਂ ਦੇ ਆਪਦੇ ਹੱਕ ਮੰਗੇ, ਪਾਣੀਆਂ ਦੇ ਮੁੱਲ ਮੰਗੇ, ਆਪਦੇ ਅਧਿਕਾਰ ਮੰਗੇ, ਤੇ ਸਾਡੇ ਤੇ ਉਹਨਾਂ ਨੇ ਗੋਲੀਆਂ ਚਲਾਈਆਂ। ਉਸ ਦੌਰ ਦਾ ਸਾਰਾ ਉਸ ਦੌਰ ਤੋਂ ਹੀ ਕਰਜ਼ਾ ਹੋਣ ਲੱਗਿਆ ਨਾ ਸਾਡੇ ਤੇ। ਉਸ ਤੋਂ ਬਾਅਦ ਜੋ ਵੀ ਸੈਂਟਰ ਇੱਥੇ ਕਾਰਵਾਈ ਕਰਦਾ, ਅੱਜ ਜੇ BSF ਦਾ ਘੇਰਾ ਵੀ ਵਧਾਇਆ ਤੇ ਕਰਜ਼ਾ ਪੰਜਾਬ ਤੇ ਪਊਗਾ। ਇਹ ਸਾਰਾ ਕੁਝ ਸਾਡੇ ਤੇ ਪਾ ਜਾਂਦੇ ਆ। ਹੁਣ ਅਸੀਂ ਵਿਆਜ ਦੇਣ ਨੂੰ ਰਹਿ ਗਏ, ਹੁਣ ਕਿਸ਼ਤ ਵਿਆਜ ਦੀ ਜ਼ਿਆਦਾ ਜਾ ਰਹੀ ਹੈ। ਇਹੀ ਗੱਲ ਆ ਨਾ, ਅਸੀਂ ਕੀ ਕਹਿ ਰਹੇ ਹਾਂ ਵੀ ਕੋਈ ਬੰਦਾ ਸਾਨੂੰ ਜੁੱਤੀਆਂ ਲੈ ਕੇ ਕੁੱਟ ਰਿਹਾ ਤੇ ਉਹਦੀ ਕੁੱਟਦੇ ਦੀ ਜੁੱਤੀ ਟੁੱਟ ਗਈ, ਤੇ ਅਸੀਂ ਉਹਨੂੰ ਕਹਿੰਦੇ ਆ ਉਹ ਥੱਕ ਗਿਆ ਕੁੱਟਦੇ ਤੇ ਉਹਦੀ ਜੁੱਤੀ
ਟੁੱਟ ਗਈ, ਅਸੀਂ ਉਹਨੂੰ ਕਿਹਾ ਬਾਈ ਐਂ ਕਰ, ਜੁੱਤੀ ਲਾ, ਇਹਨੂੰ ਠੀਕ ਕਰਾ ਕੇ ਦਿੰਨਾ ਮੈਂ, ਫੇਰ ਕੁੱਟ ਲਈ ਸਾਨੂੰ। ਇਹ ਤਾਂ ਇਹ ਬੇਵਕੂਫੀ ਆ ਵੀ ਅਸੀਂ ਪੰਜਾਬ ਉਹ ਕਰਜ਼ਾ ਉਹਨਾਂ ਦਾ ਮੋੜ ਦਈਏ। ਸੋ ਇਹ ਕਰਜ਼ਾ, ਇਹੀ ਮੈਂ ਤੁਹਾਨੂੰ ਦੱਸਦਾ, ਸਾਨੂੰ ਇੱਕ ਗੱਲ ਇਹ ਸਮਝਣੀ ਪੈਣੀ ਆ। ਇਹ ਜਿਹੜੇ ਕਹਿੰਦੇ ਆ ਨਾ ਵੀ ਵੋਟਾਂ ਵੱਲ ਨੂੰ ਹੋ ਜਾਓ, ਇਹਨਾਂ ਨੂੰ ਇੱਕ ਗੱਲ ਪੁੱਛੋ, ਜਿਹੜੇ ਆ ਕਾਂਗਰਸ, ਬੀਜੇਪੀ ਤੇ ਆਮ ਆਦਮੀ ਪਾਰਟੀ 'ਚ ਜਾ ਰਹੇ ਆ, ਇਹ ਬੰਦਿਆਂ ਨੂੰ ਇੱਕ ਸਵਾਲ ਕਰੋ ਵੀ ਜੇ ਤੁਸੀਂ ਪੰਜਾਬ 'ਚ ਆਪਦੀ ਖੇਤਰੀ ਪੋਲਿਟਿਕਸ, ਖੇਤਰੀ ਪਾਲਿਸੀਜ਼, ਪੰਜਾਬ ਸੈਂਟਰਿਕ ਮਾਡਲਸ ਨਹੀਂ ਸਿਰਜੋਗੇ, ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਪੰਜਾਬ ਨੂੰ ਪੋਲਿਟਿਕਸ ਵੀ ਪੰਜਾਬ ਸੈਂਟਰਿਕ ਚਾਹੀਦੀ ਆ, ਖੇਤੀਬਾੜੀ ਮਾਡਲ ਵੀ ਪੰਜਾਬ ਸੈਂਟਰਿਕ ਚਾਹੀਦਾ, ਇਕਨੋਮਿਕ ਪਾਲਿਸੀਜ਼ ਵੀ ਪੰਜਾਬ ਸੈਂਟਰਿਕ ਚਾਹੀਦੀਆਂ। ਇਹਦਾ ਮਤਲਬ ਜਦੋਂ ਤੱਕ ਤੁਹਾਡੇ ਕੋਲੇ ਤੁਹਾਡੀ ਸੈਲਫ ਡਿਪੈਂਡੈਂਸੀ ਨਹੀਂ, ਉਦੋਂ ਤੱਕ ਕਿਸੇ ਵੀ ਹਾਲਾਤ ਨਾਲ ਜਾਂ ਕਿਸੇ ਮੁਸ਼ਕਲ ਨਾਲ ਜਾਂ ਕਿਸੇ ਤਰ੍ਹਾਂ ਦੇ ਜਿਹੜੇ ਇਸ਼ੂਜ਼ ਸਾਡੇ ਸਾਹਮਣੇ ਆਏ ਹੋਏ ਆ, ਹਨਾ, ਜਾਂ ਅਸੀਂ ਜਿਨ੍ਹਾਂ ਨਾਲ ਨਜਿੱਠ ਰਹੇ ਹਾਂ, ਇਹਨਾਂ ਨਾਲ ਨਜਿੱਠਿਆ ਨਹੀਂ ਜਾ ਸਕਦਾ। ਇਸ ਚੀਜ਼ ਦੇ ਵਿੱਚੋਂ ਦੋ ਮਤਲਬ ਲੋਕ ਕੱਢਣਗੇ ਜਾਂ ਕੱਢ ਸਕਦੇ ਨੇ। ਇੱਕ ਤਾਂ ਕਿ ਸੈਪਰੇਟ ਸਟੇਟ ਦੀ ਮੰਗ ਜਿਵੇਂ ਹੋਣ ਲੱਗੀ ਹੈ ਸ਼ਾਇਦ ਵੀ ਇਸ ਤਰ੍ਹਾਂ ਦਾ, ਜਾਂ ਫਿਰ ਫੈਡਰਲ ਢਾਂਚਾ ਉਹ ਹੋ ਨਹੀਂ ਰਿਹਾ ਕਿ ਜਿਹੜਾ ਫੈਡਰਲ ਸਟਰਕਚਰ ਹੈ, ਜਿਹੜੇ ਵੱਧ ਅਧਿਕਾਰਾਂ ਦੀ ਗੱਲ ਹੈ ਉਹ ਹੈ ਨਹੀਂ ਸਟੇਟਸ ਕੋਲੇ। ਤੁਹਾਡਾ GST ਦਾ ਸਾਰਾ ਸੈਂਟਰ ਲੈ ਜਾਂਦਾ ਵਾਪਸ, ਤੁਹਾਨੂੰ ਹੱਥ ਅੱਡਣੇ ਪੈਂਦੇ ਨੇ, ਹੱਥ ਅੱਡਣੇ ਪੈਂਦੇ ਨੇ ਤੁਹਾਨੂੰ। ਹਰ ਚੀਜ਼ ਸੈਂਟਰ ਤੋਂ 60% 40% ਦੀ ਰੇਸ਼ੋ ਆਪਣੇ ਮੁਤਾਬਕ ਪਾਲਿਸੀਜ਼ ਬਣਾਉਂਦੇ ਨੇ। ਤੇ ਪਾਲਿਸੀਜ਼ ਜਿਹੜੀਆਂ ਨੇ ਜਦੋਂ ਦੇਸ਼ ਦੇ ਹਿਸਾਬ ਨਾਲ ਬਣਦੀਆਂ ਨੇ, ਉੜੀਸਾ ਦਾ ਸਰਕਮਸਟੈਂਸਿਸ ਪੰਜਾਬ ਦੇ ਸਰਕਮਸਟੈਂਸਿਸ ਨਾਲੋਂ ਵੱਖ ਨੇ, ਤੇ ਉਹਨਾਂ ਦੀ ਪਾਲਿਸੀਜ਼ ਜਿਹੜੀਆਂ ਨੇ ਉਹ ਦੇਸ਼ ਦੇ ਨੂੰ ਦੇਖ ਕੇ ਬਣਦੀਆਂ ਨੇ। ਉੜੀਸਾ ਵਾਸਤੇ ਵੀ ਉਹੀ ਪਾਲਿਸੀ, ਪੰਜਾਬ ਵਾਸਤੇ ਵੀ ਉਹੀ ਪਾਲਿਸੀ। ਇਹ ਪ੍ਰੋਬਲਮ ਹੀ ਇੱਥੇ ਆ। ਹੁਣ ਇਹੀ ਗੱਲ ਆਪਾਂ ਦੇਖੀਏ, ਇੰਟੈਲੈਕਚੁਅਲ ਲੈਵਲ ਤੇ ਇੱਕ ਗੱਲ ਸਮਝੀਏ, ਇਹ ਬੰਦਿਆਂ ਨੂੰ ਸਮਝਣੀ ਪਊਗੀ। ਜਿਹੜੀ ਬਿਮਾਰੀ ਆ ਉਹ ਹੈ ਹੀ ਇਹ ਜਿਹੜੀ ਗੱਲ ਤੁਸੀਂ ਕਹੀ ਆ। ਜਦੋਂ ਤੱਕ ਹੁਣ ਕੋਈ ਬੰਦਾ ਜਿਹੜੇ ਮਰਜ਼ੀ ਲਿਖ ਕੇ ਪਰਚੇ ਵੰਡੀ ਜਾਵੇ ਵੀ ਆਹ ਵੇਖੋ ਫਲਾਨਾ ਰਾਜਨੀਤਿਕ ਪਾਰਟੀ ਆ ਗਈ ਆ, ਆਹ ਸਾਡਾ ਪਰਚਾ, ਆਹ ਫਲਾਨੀ ਜਥੇਬੰਦੀ ਆ ਗਈ, ਆਹ ਸਾਡਾ ਪਰਚਾ, ਹਨਾ, ਜੋ ਮਰਜ਼ੀ ਵੰਡੀ ਜਾਣ, ਇਹ ਏਜੰਡੇ ਲਿਖ ਦੇਈ ਜਾਣ, ਜੋ ਮਰਜ਼ੀ ਕਰੀ ਜਾਣ। ਸਾਡੇ ਕੋਲੇ ਏਜੰਡਾ ਤਾਂ ਯਾਰ 1980 84 'ਚ ਹੀ ਲਿਖਿਆ ਗਿਆ ਸੀ, ਜਦੋਂ ਧਰਮ ਯੁੱਧ ਮੋਰਚਾ ਲੱਗਿਆ ਸੀ, ਉਦੋਂ ਹੀ ਪ੍ਰੋਫੈਸਰ ਪੂਰਨ ਸਿੰਘ ਦਾ, ਉਹਨਾਂ ਦਾ ਲਿਖਿਆ ਹੋਇਆ, ਸਰਦਾਰ ਕਪੂਰ ਸਿੰਘ ਦਾ, ਸਾਡੇ ਕੋਲੇ ਅਨੰਦਪੁਰ ਸਾਹਿਬ ਦਾ ਮਤਾ, ਉਹਦੇ 'ਚ ਸਭ ਕੁਝ ਹੀ ਲਿਖਿਆ ਗਿਆ ਸੀ। ਉਹ ਪਾਣੀਆਂ ਦੀ ਵੀ ਗੱਲ ਹੈ, ਹੱਕਾਂ ਦੀ ਵੀ ਗੱਲ ਹੈ, ਸਭ ਕੁਝ ਅੱਜ ਵੀ ਰੈਲੇਵੈਂਟ ਆ। ਦੇਖੋ ਤਰਾਸਦੀ ਤੁਸੀਂ, ਅੱਜ ਵੀ ਅਸੀਂ ਉੱਥੇ ਹੀ ਖੜੇ ਆ, ਬਿਮਾਰੀ ਦੀ ਜੜ ਹੀ ਉੱਥੇ ਪਈ ਆ। ਵੀ ਜਦੋਂ ਤੱਕ ਇਹ ਗੱਲ, ਜੇ ਤੁਸੀਂ ਏਜੰਡੇ ਦੇਣੇ ਆ, ਸਭ ਤੋਂ ਵੱਡਾ ਏਜੰਡਾ ਹੀ ਅਨੰਦਪੁਰ ਸਾਹਿਬ ਦੇ ਮਤੇ 'ਚ ਦਿੱਤਾ ਹੋਇਆ, ਤੁਸੀਂ ਉਹ ਚੱਕ ਕੇ ਲੋਕਾਂ ਨੂੰ ਦੇ ਦਿਓ ਵੀ ਜਦੋਂ ਤੱਕ ਆ ਨਹੀਂ ਹੁੰਦਾ ਉਦੋਂ ਤੱਕ ਸਾਡਾ ਕੋਈ ਹੱਲ ਨਹੀਂ। ਉਹਨੂੰ ਥੋੜਾ ਬਹੁਤ ਸੈਂਟਰ ਨੇ ਕਰਨਾ, ਫਿਰ ਕੇਂਦਰ ਸਰਕਾਰ ਦੇ ਹੱਥ 'ਚ ਚੀਜ਼ਾਂ ਬਹੁਤ ਸਾਰੀਆਂ। ਇਹੀ ਤਾਂ ਹੀ ਤਾਂ ਆਪਾਂ ਕਹਿ ਰਹੇ ਹਾਂ, ਸਾਡੀ ਪੋਲਿਟਿਕਸ ਉਦੋਂ ਤੱਕ ਮੈਟਰ ਨਹੀਂ ਕਰੂਗੀ ਜਦੋਂ ਤੱਕ ਇਸ ਸੈਂਟਰਲ ਜਿਹੜੀ ਆਪਾਂ ਪਾਵਰ ਆ ਉਹ ਤੋਂ ਨਹੀਂ ਖਹਿੜਾ ਛਡਾ ਲੈਂਦੇ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕਿਸਾਨ ਆਪਣੀ ਪਾਰਟੀ ਕਿਉਂ ਨਹੀਂ ਬਣਾ ਲੈਂਦੇ। ਕਿਸਾਨੀ ਇਸ ਮਸਲੇ ਚੋਂ ਨਿਕਲ ਕੇ ਆਏ ਨੇ, ਅੰਦੋਲਨ ਚੋਂ। ਕਹਿੰਦੇ ਜਦੋਂ 1977 ਚ ਸੀਗਾ ਕਿ JP ਵੀ ਨਿਕਲਿਆ, ਉਦੋਂ ਜਨਤਾ ਪਾਰਟੀ ਬਣੀ, ਤਾਂ ਉਸੇ ਢੰਗ ਨਾਲ ਇਸ ਅੰਦੋਲਨ ਦੇ ਵਿੱਚੋਂ ਇੱਕ ਪਾਰਟੀ ਕੱਢ ਲਓ ਤੇ ਸੱਤਾ ਤੇ ਕਾਬਜ਼ ਹੋ ਜਾਓ, ਆਪਣੇ ਮਸਲੇ ਹੱਲ ਕਰ ਲਓ। ਬਾਈ ਇਹ ਵੀ ਸਾਡੀ ਜਿਹੜੀ ਇਹ ਕਹਿ ਲਈਏ ਵੀ ਗਲਤ ਫਹਿਮੀ ਆ, ਹਨਾ, ਜਾਂ ਅਸੀਂ ਸਿਰਫ ਹਰ ਗੱਲ ਨੂੰ ਚੋਣਾਂ ਦੇ ਕੰਟੈਕਸਟ ਜਾਂ ਚੋਣਾਂ ਦੇ ਸੰਦਰਭ 'ਚ ਹੀ ਦੇਖਦੇ ਆ, ਉਹ ਤੋਂ ਬਿਯੋਂਡ ਨਹੀਂ ਦੇਖਦੇ। ਔਰ ਚੋਣਾਂ ਤਾਂ ਇੱਕ ਬਹੁਤ ਵੱਡਾ ਇਲੂਜਨ ਕ੍ਰੀਏਟ ਕਰਤਾ ਸਰਕਾਰਾਂ ਨੇ, ਸਟੇਟ ਨੇ। ਉਹ ਤਾਂ ਲੱਗਦਾ ਹੀ ਹੈ ਨਾ, ਵਿਧਾਨ ਸਭਾ 'ਚ ਕਾਨੂੰਨ ਬਣਦੇ ਨੇ, ਸਾਨੂੰ ਲੱਗਦਾ ਕਿ ਕਾਨੂੰਨ ਸਹੀ ਬਣਨਗੇ, ਸਾਰਾ ਕੁਝ ਸਹੀ ਹੋ ਜਾਊਗਾ। ਪਰ ਕਾਨੂੰਨ ਬਣਾਉਣ ਦੀ ਉਹਨਾਂ ਕੋਲੇ ਪਾਵਰ ਹੈ? ਕੋਈ ਪਾਲਿਸੀ ਘੜਨ ਦੀ ਪਾਵਰ ਹੈ? ਸਟੇਟ ਦੇ ਤਾਂ ਬਣਦੇ ਕਿਹੜੇ ਆ ਸਟੇਟ ਦਾ ਹੀ ਸਬਜੈਕਟ ਸੀ ਐਗਰੀਕਲਚਰ, ਜਿਹੜਾ ਸੈਂਟਰ ਨੇ ਕਾਨੂੰਨ ਬਣਾਏ ਸਟੇਟ ਦਾ ਸਬਜੈਕਟ ਸੀ। ਇਹੀ ਪਰਸਪੈਕਟਿਵ ਲੈ ਕੇ ਗਏ ਸੀ ਨਾ ਆਪਾਂ। ਅਸੀਂ ਇਹ ਗੱਲ ਹੀ ਲੈ ਕੇ ਗਏ ਸੀ, ਜਦੋਂ ਤੁਸੀਂ ਕਿਹਾ ਨਾ ਆਪਾਂ ਇਹਨਾਂ ਨੂੰ ਭੰਡਦੇ ਸੀ, ਭੰਡਦੇ ਨਹੀਂ ਸੀ ਆਪਾਂ, ਇਹਨਾਂ ਨੂੰ ਸਿਰਫ ਇਹ ਗੱਲ ਕਹਿੰਦੇ ਸੀ ਵੀ ਤੁਸੀਂ ਕਾਮਰੇਡਾਂ ਵਾਲਾ ਏਜੰਡਾ, ਉਹਦੇ ਤੇ ਅੰਦੋਲਨ ਨਾ ਲੜੋ, ਤੁਸੀਂ ਪਰਸਪੈਕਟਿਵ ਦਿਓ। ਕਿਉਂਕਿ ਜਦੋਂ ਪਰਸਪੈਕਟਿਵ ਤੇ ਅੰਦੋਲਨ ਲੜਿਆ ਜਾਂਦਾ ਨਾ, ਉਦੋਂ ਫਿਰ ਤੁਸੀਂ ਸਭ ਕੁਝ ਆਪਦਾ ਨਵਾਂ ਸਿਰਜਦੇ ਹੋ, ਉਦੋਂ ਜ਼ਮੀਨ ਵੀ ਤੇ ਅਸਮਾਨ ਵੀ ਆਪਦਾ ਸਿਰਜਦੇ ਹੋ। ਵੋਟਾਂ ਹੱਲ ਨਹੀਂ ਫਿਰ। ਸੋ ਵੋਟਾਂ ਉਦੋਂ ਹੀ ਹੱਲ ਆ ਜਦੋਂ ਤੁਹਾਡੇ ਕੋਲੇ ਆਪਦੀ ਕਿਸਮਤ ਘੜਨ ਦੇ, ਆਪਦੀ ਹੋਣੀ ਘੜਨ ਦੇ ਅਧਿਕਾਰ ਹੋਣਗੇ। ਜੇ ਆਪਦੀ ਹੋਣੀ ਘੜਨ ਦੇ ਅਧਿਕਾਰ ਹੀ ਤੁਹਾਡੇ ਕੋਲੇ ਨਹੀਂ ਆ, ਤੇ ਫਿਰ ਤਾਂ ਤੁਸੀਂ ਉੱਥੇ ਨਗਰਪਾਲਿਕਾ ਦਾ ਜਿਹੜਾ ਪ੍ਰਧਾਨ ਆ 19 ਕੁ ਪਾਵਰ ਲਈ ਬੈਠੇ ਹੋ, ਗਲੀਆਂ ਨਾਲੀਆਂ ਵਾਲੀ, ਤਾਂ ਹੀ ਉਹੀ ਪੋਲਿਟਿਕਸ ਕਰੀ ਜਾਂਦੇ ਆ। ਕਰਨ ਕੀ ਫਿਰ ਦੀਪ ਸਿੱਧੂ ਸਾਹਿਬ? ਹੱਲ ਵੀ ਦੱਸ ਦਿਓ ਨਾ, ਹਰ ਗੱਲ ਤੇ ਤੁਸੀਂ ਕਹਿੰਦੇ ਹੋ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ, ਹੱਲ ਕੀ ਆ ਫਿਰ? ਹੱਲ ਪੰਜਾਬ ਦਾ ਕਿੱਥੇ ਪਿਆ? ਪੰਜਾਬ ਜਦੋਂ ਤੱਕ ਆਪਦੇ ਅਧਿਕਾਰਾਂ ਲਈ ਨਹੀਂ ਲੜਦਾ, ਪੰਜਾਬ ਜਾਂ ਕੋਈ ਵੀ ਸੂਬਾ, ਜਦੋਂ ਤੱਕ ਤੁਸੀਂ ਇਸ ਗੱਲ ਨੂੰ ਨਹੀਂ ਸਮਝਦੇ ਵੀ ਇਹਦੀ ਜੜ ਆ, ਉਹ ਪਾਲਿਸੀ ਮੇਕਿੰਗ ਸੈਂਟਰਲਾਈਜੇਸ਼ਨ ਆਫ ਪਾਵਰ ਨੇ ਤੁਹਾਡੇ ਤੋਂ ਖੋਲੀ ਆ, ਮੈਜੋਰਿਟੇਰੀਅਨ ਸਿਸਟਮ ਨੇ ਤੁਹਾਡੇ ਤੋਂ ਖੋਲੀ ਆ। ਹੁਣ ਤੁਸੀਂ ਇਹਦੀ ਮੈਂ ਇੱਕ ਰੀਸੈਂਟ ਐਗਜ਼ਾਮਪਲ ਦਿੰਦਾ, ਫਿਰ ਇਹ ਕਰਨੀ ਬੜੀ ਜ਼ਰੂਰੀ ਆ।
ਕੱਲ ਪਰਸੋਂ ਇੱਕ ਜਥੇਬੰਦੀ ਬਣੀ ਜੂਝਦਾ ਪੰਜਾਬ, ਜੀ ਸਾਰੇ ਬੰਦੇ ਉਹਦੇ 'ਚ ਹੋ ਸਕਦਾ ਦਰਦ ਲੈ ਕੇ ਆਏ ਹੋਣ। ਪੰਜਾਬ ਦੀ। ਬਿਲਕੁਲ ਗੱਲ ਠੀਕ ਹੈ, ਜਿਵੇਂ ਮੈਂ ਕਹਿ ਸਕਦਾ ਮੇਰੇ ਕੋਲੇ ਦਰਦ ਆ, ਉਹਨਾਂ ਕੋਲੇ ਵੀ ਦਰਦ ਆ। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੁਣ ਉਹਦੇ ਤੇ ਮੈਂ 2-4 ਗੱਲਾਂ ਕਹਿਤੀਆਂ। ਸਾਡੇ ਬੰਦਿਆਂ ਨੂੰ ਇਹ ਲੱਗਿਆ ਵੀ ਇਹ ਵਿਰੋਧਤਾ ਚੋਂ ਕਹੀਆਂ ਕਿਸੇ 'ਚ ਗੱਲਾਂ, ਇਹ ਇਨਸਿਕਿਉਰਿਟੀ ਚੋਂ ਕਹੀਆਂ। ਵੀ ਮੈਂ ਕਿਸੇ ਵਿਰੋਧਤਾ ਜਾਂ ਇਨਸਿਕਿਉਰਿਟੀ ਦਾ ਤਾਂ ਸ਼ਿਕਾਰ ਹੀ ਨਹੀਂ ਆ ਨਾ। ਮੈਂ ਤਾਂ ਸਾਰੇ ਫਰੰਟ ਇਕੱਠੇ ਖੋਲ ਕੇ ਤੁਰਦਾ, ਸਾਰੇ ਪਾਸਿਓਂ ਮੇਰੇ ਤੇ ਆ ਕੇ ਹਮਲੇ ਹੁੰਦੇ ਆ। ਮੈਂ ਕਿਹੜਾ ਵੋਟਾਂ ਲੈਣੀਆਂ ਤੁਹਾਡੇ ਤੋਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਸਿਧਾਂਤ ਤੇ ਗੱਲ ਕੀਤੀ ਆ। ਉਹ ਬੰਦਿਆਂ ਨੇ ਇਹ ਗੱਲ ਕੀਤੀ ਵੀ ਅਸੀਂ ਏਜੰਡੇ ਦੇਵਾਂਗੇ ਪੋਲਿਟਿਕਸ ਨੂੰ। ਹੁਣ ਤੁਸੀਂ ਦੇਖੋ, ਉਹਨਾਂ ਨੂੰ ਵੀ ਇਹ ਪਤਾ ਵੀ ਜੇ ਚੋਣਾਂ ਲੜਾਂਗੇ ਉਹ ਹੱਲ ਹੀ ਨਹੀਂ ਆ। ਤੇ ਅਸੀਂ ਇਹ ਦਾਅਵਾ ਜ਼ਰੂਰ ਕਰ ਚੁੱਕੇ ਹਾਂ ਵੀ ਅਸੀਂ ਪੰਜਾਬ ਖਾਤਰ ਖੜੇ ਹਾਂ, ਤੇ ਸਾਨੂੰ ਇੱਕ ਜਿਹੜੀ ਇਹ ਕੀੜੇ ਵੀ ਕੱਢਣੇ ਪੈਣੇ ਆ। ਚੋਣਾਂ ਹੱਲ ਨਹੀਂ ਆ। ਜੇ ਚੋਣਾਂ 'ਚ ਜਾਵਾਂਗੇ ਲੋਕ ਕਹਿਣਗੇ ਤੁਸੀਂ ਕੁਝ ਕਰ ਤਾਂ ਸਕੇ ਨਹੀਂ, ਕਰਨ ਦੀ ਉੱਥੇ ਕੋਈ ਸਮਰੱਥਾ ਹੀ ਹੈ ਨਹੀਂ, ਪਾਵਰ ਹੀ ਹੈ ਨਹੀਂ, ਤੇ ਲੋਕ ਗਾਲਾਂ ਕੱਢਣਗੇ। ਫਿਰ ਉਹਨਾਂ ਨੇ ਇੱਕ ਰਿਫਿਊਜ਼ ਲੈ ਲਿਆ ਵੀ ਪ੍ਰੈਸ਼ਰ ਗਰੁੱਪ ਬਣਾ ਲਿਆ। ਹੁਣ ਠੀਕ ਆ, ਤੁਸੀਂ ਪ੍ਰੈਸ਼ਰ ਗਰੁੱਪ ਬਣਾ ਲਓ, ਪਰ ਤੁਸੀਂ ਆਪਦਾ ਸਟੈਂਡ ਕਲੀਅਰ ਕਰੋ। ਵੱਧ ਅਧਿਕਾਰਾਂ ਤੇ ਤੁਹਾਡਾ ਕੀ ਸਟੈਂਡ ਆ? ਪੰਜਾਬ ਦੇ ਪਾਣੀਆਂ ਤੇ ਤੁਹਾਡਾ ਕੀ ਸਟੈਂਡ ਆ? ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਜਿਨ੍ਹਾਂ ਨੇ ਵੱਧ ਅਧਿਕਾਰਾਂ ਦੀ ਗੱਲ ਕੀਤੀ, ਉਹਨਾਂ ਤੇ ਤੁਹਾਡਾ ਕੀ ਸਟੈਂਡ ਆ? ਪੰਜਾਬ ਪੱਖੀ ਮਾਡਲ ਤੇ ਤੁਹਾਡਾ ਕੀ ਸਟੈਂਡ ਆ? ਤੇ ਇਹ ਸੈਂਟਰਲਾਈਜੇਸ਼ਨ ਆਫ ਪਾਵਰ, ਮੈਜੋਰਿਟੇਰੀਅਨ ਸਿਸਟਮ ਤੇ ਤੁਹਾਡਾ ਕੀ ਸਟੈਂਡ ਆ? ਫੇਰ ਦਾਅਵਾ ਕਰਿਓ ਵੀ ਤੁਸੀਂ ਪੰਜਾਬ ਦੀ ਲੜਾਈ ਲੜਦੇ ਹੋ, ਫੇਰ ਅਸੀਂ ਸਭ ਕੁਝ ਛੱਡ ਕੇ ਤੁਹਾਡੇ ਨਾਲ ਖੜ ਜਾਾਂਗੇ ਜੇ ਤੁਸੀਂ ਸਿਧਾਂਤਾਂ ਤੇ ਖਰੇ ਹੋਏ। ਤੁਹਾਨੂੰ ਇਹ ਲੱਗਦਾ ਕਿ ਸਾਰੇ ਮਸਲਿਆਂ ਦਾ ਹੱਲ ਫੈਡਰਲ ਸਟਰਕਚਰ ਹੀ ਹੈ, ਵੱਧ ਅਧਿਕਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ, ਨਾ ਕਿ ਖੁਦ ਮੁਖਤਿਆਰੀ ਸਾਡੇ ਮਸਲਿਆਂ ਦਾ ਹੱਲ ਆ, ਜਿੱਥੇ ਤੁਸੀਂ ਆਪਦੀ ਹੋਣੀ ਆਪ ਘੜ ਸਕਦੇ। ਪਰ ਉਹ ਜਦੋਂ ਇਕਜੁੱਟਤਾ ਹੋਏਗੀ ਦੀਪ ਸਿੱਧੂ ਜੀ, ਉਦੋਂ ਹੀ ਹੋਏਗਾ ਨਾ। ਪੰਜਾਬ ਕਿੱਥੇ ਇਕਜੁੱਟ ਹੈ ਹਾਲੇ? ਨਹੀਂ, ਇਕਜੁੱਟਤਾ ਤਾਂ ਹੋਊ ਨਾ ਜੇ ਤੁਸੀਂ ਸਿਧਾਂਤ ਤੇ ਇਕੱਠੇ ਹੋ ਤਾਂ। ਜੇ ਇੱਕ ਪਾਸੇ ਇੱਕ ਨਵੇਂ ਜਥੇਬੰਦੀ ਇਹ ਕਹਿ ਰਹੀ ਆ ਵੀ ਅਸੀਂ ਐਗਜ਼ਿਸਟਿੰਗ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਏਜੰਡੇ ਦੇਵਾਂਗੇ, ਫਿਰ ਐਗਜ਼ਿਸਟਿੰਗ ਪਾਰਟੀਆਂ ਤਾਂ ਸਾਰੀ ਨੈਸ਼ਨਲ ਪੋਲਿਟਿਕਸ ਆ, ਉਹਨਾਂ ਨੂੰ ਏਜੰਡੇ ਦੇ ਕੇ ਤੁਸੀਂ ਕੀ ਕਰ ਲਓਗੇ? ਦਿੱਲੀੋਂ ਘੁੰਮਦੀ ਆ। ਹਾਂ, ਸਭ ਕੁਝ ਹੀ ਦਿੱਲੀੋਂ ਘੁੰਮਦਾ। ਮਾੜੀ ਮੋਟੀ ਕੋਈ ਗੱਲ ਹੋਵੇ, ਸਾਡੇ ਵਾਲੇ ਕਾਰਾਂ ਭਜਾਉਂਦੇ ਆ ਤੇ ਦਿੱਲੀ ਨੂੰ ਹੋ ਜਾਂਦੇ ਆ। ਉਹ ਕਹਿੰਦੇ ਸਾਰੇ ਅਧਿਕਾਰ ਦੇ ਦਿੱਤੇ। ਸੋ ਇੱਕ ਪਾਸੇ ਸਾਡੇ ਜਿਹੜਾ ਸਾਰਾ ਕਾਮਰੇਡ ਲਾਣਾ ਬੈਠਾ, ਇਹ ਆਪ ਹੀ ਕਵਿਤਾ ਲਿਖ ਲੈਂਦੇ ਆ, ਆਪਦੇ ਬੰਦਿਆਂ ਨੂੰ ਸੁਣਾ ਕੇ ਆਪ ਹੀ ਤਾੜੀਆਂ ਮਾਰਨ ਲੱਗ ਜਾਂਦੇ ਆ। ਤੇ ਇਹ ਬਸ ਇਹਨਾਂ ਦੀ ਇਹ ਜਿਹੜੀ ਪਾਲਿਸੀ ਆ ਵੀ ਇੱਥੇ ਰੀਜਨਲ ਕੁਛ ਨਾ ਹੋਵੇ, ਅਸੀਂ ਆਪਦੀ ਪੋਲਿਟਿਕਸ ਐਸਟੈਬਲਿਸ਼ ਕਰੀਏ। ਇਹ ਪ੍ਰੋਪੇਗੈਂਡਾ ਚਲਾਉਂਦੇ ਰਹਿੰਦੇ ਆ। ਪਰਸਪੈਕਟਿਵ ਲੈਵਲ ਤੇ ਜਾ ਕੇ ਕੋਈ ਗੱਲ ਸਿਰਜਣੀ, ਕਿਉਂਕਿ ਲੋਕ ਜਦੋਂ ਤੱਕ ਪਰਸਪੈਕਟਿਵ ਨਹੀਂ ਸਮਝਣਗੇ ਉਦੋਂ ਤੱਕ ਕੁਛ ਨਹੀਂ ਸਿਰਜਿਆ ਜਾ ਸਕਦਾ। ਇਹ ਤਾਂ ਪ੍ਰੋਪੇਗੈਂਡਾ ਚੱਲੀ ਜਾਂਦਾ ਸਾਰਾ ਹੀ। ਸੋ ਉੱਥੇ ਮੈਂ ਇਕੱਲਾ ਬੰਦਾ ਅਗੇਂਸਟ ਦਾ ਟਾਈਡ ਜਿਹੜੀ ਸਵਿਮਿੰਗ ਆ ਨਾ ਉਹ ਕਰ ਰਿਹਾ ਵੀ ਕਰੰਟ ਪੂਰਾ ਪਾਣੀ ਦਾ ਵਹਾ ਇੱਧਰ ਨੂੰ ਅਤੇ ਮੈਂ ਇੱਧਰ ਨੂੰ ਲੱਗਿਆ ਹੋਇਆ। ਫਿਰ ਮੈਨੂੰ ਇਹ ਕਹਿ ਦਿੰਦੇ ਆ ਬੀਜੇਪੀ, ਆਰਐਸਐਸ ਤੇ ਕਿਸੇ ਪਰਸਨਲ ਏਜੰਡੇ ਚੋਂ ਚੱਲ ਰਹੀ ਆ ਗੱਲ। ਪਰ ਗੱਲ ਇਹ ਆ ਵੀ ਇੱਥੇ ਆ ਕੇ ਖੜਨਾ ਪੈਣਾ। ਇਹੀ ਗੱਲ ਹੋਈ ਨਾ, ਕਿਸਾਨ ਅੰਦੋਲਨ 'ਚ ਰਾਸ਼ਟਰਵਾਦੀ ਵੀ ਬਣ ਗਏ ਸਾਰੇ, ਤਿਰੰਗੇ ਨੂੰ ਚੱਕ ਵੀ ਫਿਰਦੇ ਰਹੇ 26 ਤੋਂ ਬਾਅਦ। ਠੀਕ ਆ, ਕਾਮਰੇਡ ਵੀ ਬਣੇ ਰਹੇ, ਨਕਸਲਵਾਦੀ ਵੀ ਬਣੇ ਰਹੇ, ਫਿਰ ਖਾਲਿਸਤਾਨੀ ਵੀ ਬਣੇ ਰਹੇ। ਪਰ ਆਉਣਾ ਕਿੱਥੇ ਪਿਆ? ਆਉਣਾ ਐਂਡ 'ਚ ਨਿਸ਼ਾਨ ਸਾਹਿਬ ਦੇ ਹੇਠਾਂ ਹੀ ਪਿਆ ਨਾ। ਜਿਹੜਾ ਪੰਜਾਬ ਹੈ, ਆਉਣਾ ਆਨੇ ਵਾਲੀ ਥਾਂ ਤੇ ਹੀ ਪੈਣਾ। ਅੱਜ ਆ ਜਾਓ, ਕੱਲ ਆ ਜਾਓ। ਮਤਲਬ ਤੁਹਾਨੂੰ ਇਹ ਲੱਗਦਾ ਹੈ ਵੀ ਜੇ ਕੋਈ ਪੋਲੀਟੀਕਲ ਪਾਰਟੀਆਂ ਵੀ ਆਪਣਾ ਸਿਧਾਂਤ ਸਪਸ਼ਟ ਕਰਨ ਕਿ ਅਸੀਂ ਪਾਣੀਆਂ ਤੇ ਕੀ ਕਰਾਂਗੇ, ਅਸੀਂ ਪੰਜਾਬ ਦੇ ਵੱਧ ਅਧਿਕਾਰਾਂ ਤੇ ਕੀ ਕਰਾਂਗੇ, ਅਸੀਂ ਮਸਲਿਆਂ ਦੀ ਲੜਾਈ ਨੂੰ ਕੀ ਕਰਾਂਗੇ, ਇਹ ਸਾਰਾ ਕੁਝ ਪੋਲਿਟਿਕਸ ਤਾਂ ਇਸੇ ਦੇ ਥਰੂ ਹੋਊਗੀ ਨਾ। ਜੇ ਤੁਸੀਂ ਇਹ ਕਹੋਗੇ ਵੀ ਅਸੀਂ ਬਹੁਤ ਕੁਝ ਬਦਲ ਦਾਂਗੇ। ਹੁਣ ਨਵੇਂ ਬੰਦੇ ਕਹਿ ਰਹੇ ਆ ਜਾਂ ਜਿਹੜੇ ਕਿਸਾਨ ਅੰਦੋਲਨ 'ਚ ਆਏ, ਉਹ ਇਹ ਕਹਿ ਰਹੇ ਆ ਵੀ ਹੁਣ ਅਸੀਂ ਪੰਜਾਬ ਮੋਰਚਾ ਜਿੱਤਣਾ। ਤੁਹਾਡੇ ਕੋਲੇ ਹੈ ਕੀ? ਕੋਈ ਬਲੂਪ੍ਰਿੰਟ ਹੈ ਤੁਹਾਡੇ ਕੋਲੇ? ਤੁਹਾਨੂੰ ਲੱਗਦਾ 70 ਸਾਲਾਂ 'ਚ ਇੱਥੇ ਕੋਈ ਇਮਾਨਦਾਰ ਬੰਦਾ ਹੀ ਨਹੀਂ ਆਇਆ? ਅਸੀਂ ਉਹ ਇਮਾਨਦਾਰ ਰਹਿ ਗਏ ਜਾਂ ਮੈਂ ਇਮਾਨਦਾਰ ਰਹਿ ਗਿਆ? ਪ੍ਰੋਬਲਮ ਹੀ ਸਟਰਕਚਰ ਦੀ ਆ। ਰੋਜ਼ ਗੱਲਾਂ ਹੁੰਦੀਆਂ ਨੇ ਕਿ ਪੰਜਾਬ ਦੇ ਚੋਂ ਦੋ ਤਿੰਨ ਰਿਸੋਰਸਿਸ ਨੇ, ਕਿ ਰੇਤੇ ਦੀ ਕਮਾਈ ਹੈ, ਸ਼ਰਾਬ ਦੀ ਕਮਾਈ ਹੈ, ਜਾਂ ਇੱਕ ਦੋ ਚੀਜ਼ਾਂ ਹੋਰ ਨੇ ਜਿਹੜੇ ਟੈਕਸਿਸ ਦੇ ਰੂਪ ਦੇ ਵਿੱਚ ਆਉਂਦੀਆਂ ਨੇ। ਜ਼ਿਆਦਾਤਰ ਸ਼ਰਾਬ ਤੇ ਰੇਤੇ ਨੂੰ ਮੰਨਿਆ ਜਾ ਰਿਹਾ ਕਿ ਹੁਣ ਪਹਿਲਾਂ 40 ਕਰੋੜ ਸੀ, ਫਿਰ ਅਸੀਂ 250 ਕਰੋੜ ਕਰਤਾ, ਉਹਨੂੰ ਵਧਾ ਲਾਂਗੇ, ਤੇਲੰਗਾਨਾ ਮਾਡਲ ਲਾ ਦਾਂਗੇ, ਤਾਮਿਲਨਾਡੂ ਮਾਡਲ ਅਸੀਂ ਸ਼ਰਾਬ ਦੇ ਵਿੱਚ ਕਰ ਦਾਂਗੇ। ਇਹੀ ਪ੍ਰੋਬਲਮ ਆ ਨਾ, ਜਦੋਂ ਤੁਸੀਂ ਇੱਕ ਇਸ ਗੱਲ ਨੂੰ ਸਮਝਦੇ ਹੋ ਵੀ ਪੰਜਾਬ ਵੀ ਉਵੇਂ ਹੀ ਓਪਰੇਟ ਕਰਦਾ ਜਿਵੇਂ ਬੰਗਾਲ ਓਪਰੇਟ ਕਰ ਰਿਹਾ ਜਾਂ ਦਿੱਲੀ ਓਪਰੇਟ ਕਰ ਰਿਹਾ। ਇਦਾਂ ਨਹੀਂ ਹੈਗਾ, ਹਨਾ। ਔਰ ਜਿਹੜੀਆਂ ਸੈਂਟਰ ਦੀਆਂ ਪਾਲਿਸੀਜ਼, ਤੁਸੀਂ ਸਟਰਕਚਰ ਨੂੰ ਤਾਂ ਸਮਝੋ। ਜੋ ਵੀ ਰੈਵਨਿਊ ਜਨਰੇਟਡ ਅੱਜ ਡਿਪਾਰਟਮੈਂਟਸ ਆ, ਉਹ ਸਾਰੇ ਸੈਂਟਰ ਦੇ ਕੰਟਰੋਲ 'ਚ ਆ। ਤੁਸੀਂ GST ਤਾਂ ਉਹਨਾਂ ਤੋਂ ਹਜੇ ਤੱਕ ਨਹੀਂ ਲੈ ਸਕੇ। ਜਿਹੜੇ ਖਰਚੇ ਕਰਨ ਵਾਲੇ ਡਿਪਾਰਟਮੈਂਟ ਆ ਉਹ ਸਟੇਟ ਕੋਲੇ ਰਹਿ ਗਏ। ਪਰ ਦੀਪ ਸਿੱਧੂ ਜੀ, ਕੱਲੀ ਸਟੇਟ ਕਿਵੇਂ ਲੜੇ? ਇਕਜੁੱਟ ਹੋਣਾ ਪਊਗਾ ਨਾ ਹੋਰ ਸਟੇਟਾਂ ਨੂੰ ਵੀ। ਇਹੀ ਗੱਲ ਆ। ਇਹਦੇ 'ਚ ਹੁਣ ਦੋ ਤਰ੍ਹਾਂ ਦੀ ਥਿੰਕਿੰਗ ਆ ਜਾਂਦੀ ਆ। ਇੱਕ ਤਾਂ ਇਹ ਆ ਵੀ ਤੁਸੀਂ ਬਾਕੀ ਸਟੇਟਸ ਨੂੰ ਵੀ ਇਸ ਫੈਡਰਲ ਢਾਂਚੇ ਦੇ ਉੱਤੇ ਨਾਲ ਲੈ ਕੇ ਚੱਲੋ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿੱਥੇ ਅੱਜ ਤੱਕ ਜਦੋਂ ਵੀ ਕਿਤੇ ਕੋਈ ਚੇਂਜ ਆਈ ਆ,
ਉਹ ਪੁਰਾਣੇ ਸਟਰਕਚਰ ਨੂੰ ਭੰਨ ਕੇ ਨਵਾਂ ਸਟਰਕਚਰ ਐਸਟੈਬਲਿਸ਼ ਕਰਕੇ ਫੇਰ ਆਈ ਆ। ਜੇ ਤੁਸੀਂ ਕਿਸੇ ਨੂੰ ਲਿਬਰੇਸ਼ਨ ਦੇ ਰਾਹ ਤੇ ਵੀ ਲੈ ਕੇ ਜਾਣਾ ਨਾ, ਤਾਂ ਪਹਿਲਾਂ ਆਪ ਤੁਰਨਾ ਪਊ ਉਸ ਲਿਬਰੇਸ਼ਨ ਦੇ ਰਾਹ ਤੇ। ਇਸ ਸਟਰਕਚਰ ਤੋਂ ਜੇ ਅਸੀਂ ਲਿਬਰੇਟ ਹੋਣਾ ਤੇ ਕੋਈ ਸਟਰਕਚਰ ਕਾਇਮ ਕਰਕੇ ਦਿਖਾਉਣਾ ਪਊਗਾ। ਅਦਰਵਾਈਜ਼ ਅਸੀਂ ਕਹੀਏ ਵੀ ਚਲੋ ਲੈ ਲਓ ਨਾਲ, ਉਹ ਕਹਿਣਗੇ ਯਾਰ ਇਹ ਤੁਹਾਡੇ ਕੋਲੇ ਵੀ ਤਾਂ ਇੱਕ ਕਨਸੈਪਟ ਆ ਨਾ। ਕਨਸੈਪਟ ਲੈਵਲ ਤੇ ਹੀ ਦੇਖਿਆ ਜਾਂਦਾ। ਜਦੋਂ ਕੁਝ ਕਰਕੇ ਦਿਖਾਉਣੇ ਉਦੋਂ ਫਿਰ ਉਹਦੇ 'ਚ ਬਹੁਤ ਵੱਡੀ ਤਾਕਤ ਹੁੰਦੀ ਆ। ਸਟਰਕਚਰ 'ਚ ਸਭ ਤੋਂ ਵੱਡੀ ਤਾਕਤ ਆ ਨਾ। ਹੁਣ ਅੱਜ ਦੇਖ ਲਓ ਜਿਹੜੇ ਤਾਲਿਬਾਨ ਵਾਲੇ ਆ, ਕੱਲ ਤੱਕ ਉਹਨਾਂ ਨੂੰ ਟੈਰਰਿਸਟ ਕਹਿੰਦੇ ਸੀ, ਸਾਰੇ ਲੜਾਕੇ ਕਹਿੰਦੇ ਨੇ ਹਨਾ, ਹੁਣ ਉਹ ਕਹਿੰਦੇ ਆ ਜੁਝਾਰੂ ਆ। ਲੜਾਕੇ ਸਟਰਕਚਰ ਦੀ ਪਾਵਰ ਦੇਖੋ, ਉਹਨਾਂ ਨੇ ਇਹ ਸਟਰਕਚਰ ਕਿਵੇਂ ਐਸਟੈਬਲਿਸ਼ ਕੀਤਾ ਮੈਟਰ ਕਰਦਾ। ਹੁਣ ਕਿਹਦੀਆਂ ਗਰਦਨਾਂ ਲਾਹੀਆਂ ਜਾਂ ਕੀ ਕੀਤਾ, ਉਹ ਮੈਟਰ ਹੀ ਨਹੀਂ ਕਰ ਰਿਹਾ। ਲਾਸਟ ਸਵਾਲ ਹੈ ਕਿ ਹਾਂਜੀ, ਕੀ ਸੈਂਟਰ ਨਾਲ ਤਾਲਮੇਲ ਵਾਲੀ ਰਣਨੀਤੀ ਜ਼ਰੂਰੀ ਹੈਗੀ ਹੈ ਕਿ ਤਾਲਮੇਲ ਹੋਵੇ, ਜਾਂ ਜਿਵੇਂ ਹੁਣ ਚੱਲ ਰਿਹਾ ਕਿ ਉੱਥੇ ਜਾ ਕੇ ਅਪੀਲ ਕੀਤੀ ਜਾਂਦੀ ਹੈ, ਵਫਦ ਜਾ ਕੇ ਮਿਲ ਕੇ ਆਉਂਦੇ ਨੇ ਕਿ ਸਾਨੂੰ ਆਹ ਚਾਹੀਦਾ ਏ, ਇਸ ਤਰ੍ਹਾਂ ਦੇ ਦਿਓ, ਉਹ ਹੋਊਗਾ ਜਾਂ ਕੁਝ ਹੋਰ ਹੋਵੇ? ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਵੱਧ ਅਧਿਕਾਰਾਂ ਦੀ ਤਾਂ ਠੀਕ ਹੈ, ਕਿ ਲੜਾਈ ਲੜੀ ਕਿਵੇਂ ਜਾਵੇ ਫਿਰ ਵੱਧ ਅਧਿਕਾਰਾਂ ਦੀ? ਇਹ ਜਿਹੜੀ ਗੱਲ ਹੈ, ਕਿਉਂਕਿ ਪਹਿਲਾਂ ਹਥਿਆਰਬੰਦ ਤਾਂ ਲੜ ਚੁੱਕੇ ਆ। ਦੇਖੋ, ਹਥਿਆਰਬੰਦ ਸੰਘਰਸ਼ ਦੀਆਂ ਸ਼ਹਾਦਤਾਂ ਨੇ ਤੁਹਾਨੂੰ ਅੱਜ ਉਸ ਪੂਰੀ ਲਹਿਰ ਨੇ ਅੰਦੋਲਨ ਖੜਾ ਕੀਤਾ। ਇਸ ਅੰਦੋਲਨ 'ਚ ਜਿਤਾਉਣ ਦਾ ਇੱਕ ਜਿਹੜਾ ਪਿੱਛੇ ਸਾਡੀਆਂ ਸ਼ਹਾਦਤਾਂ ਪਈਆਂ ਨਾ, ਉਹ ਵੀ ਬਹੁਤ ਵੱਡਾ ਰੀਜ਼ਨ ਆ। ਉਹਨਾਂ ਨੂੰ ਪਤਾ ਇਹ ਲੜਦੇ ਕਿਵੇਂ ਆ। ਇਸੇ ਗੱਲ ਤੋਂ ਇਹੀ ਡਰ ਆ। ਇੱਕ ਵਾਰੀ 1992 'ਚ ਭਜਨ ਲਾਲ ਦਾ ਬਿਆਨ ਆ ਗਿਆ ਸੀ, ਤੁਹਾਡੇ ਜੇ ਮੀਡੀਆ ਹਾਊਸ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਯਾਦ ਹੋਵੇ ਵੀ ਇਹਨਾਂ ਬੰਦਿਆਂ ਨੂੰ ਅੱਡ ਇੱਕ ਏਰੀਆ ਦੇ ਦਿਓ, ਹੁਣ ਦੇਣਾ ਪੈਣਾ, ਇਹ ਤੋਂ ਬਿਨਾ ਕੋਈ ਹੱਲ ਨਹੀਂ ਆ। ਇਹ ਤਾਕਤ ਸੀ ਉਸ ਸੰਘਰਸ਼ ਦੀ। ਪਰ ਉਸ ਵੇਲੇ ਆਹ ਹਾਲਾਤ ਨਹੀਂ ਸੀ ਜੋ ਅੱਜ ਹਾਲਾਤ ਬਣੇ ਹੋਏ ਆ, ਇੰਟਰਨੈਸ਼ਨਲੀ ਵੀ, ਇੰਟਰਨਲੀ ਵੀ, ਤੇ ਸੋਸ਼ਲ ਐਂਡ ਕਲਚਰਲੀ ਵੀ। ਜੇ ਹੁਣ ਇੱਕਤਾ ਹੋ ਜਾਵੇ ਤਾਂ ਸੋ ਇਹਦਾ ਮਤਲਬ ਲੱਗਦਾ ਬਿਲਕੁਲ ਅੱਜ ਜੋ ਪੰਜਾਬ ਕੋਲੇ ਇੱਕ ਬਾਰਗੇਨਿੰਗ ਪਾਵਰ ਆ ਨਾ, ਉਹ ਬਹੁਤ ਵੱਡੀ ਆਈ ਹੋਈ ਆ। ਹੁਣ ਕੁਝ ਗੱਲਾਂ ਮੈਂ ਤੁਹਾਨੂੰ ਇਹ ਵੀ ਕਹਿਣਾ ਵੀ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਬਿਨਾਂ ਟੇਬਲ ਤੇ ਬੈਠਿਆਂ ਵੀ ਲੈ ਸਕਦੀਆਂ ਸੀ। ਲੀਡਰਸ਼ਿਪ ਕੋਲੇ ਉਹ ਵਿਜ਼ਨਰੀ ਅਪਰੋਚ ਚਾਹੀਦੀ ਆ। ਪਾਣੀਆਂ ਦੇ ਮਸਲੇ ਬਿਨਾਂ ਟੇਬਲ ਤੇ ਬੈਠਿਆਂ, ਇਸ ਟਾਈਮ ਅਸੀਂ ਸੈਂਟਰ ਨੂੰ ਇਹ ਕਹਿ ਸਕਦੇ ਹਾਂ ਵੀ ਪਹਿਲਾਂ ਜਿਹੜੇ ਹੱਕ ਆ ਉਹ ਦਿਓ, ਉਦੋਂ ਬਾਅਦ ਤੁਹਾਡੇ ਨਾਲ ਬਹਿਨੇ ਆ ਅਸੀਂ। ਭਾਜਪਾ ਪਾਰਟੀ ਬਹੁਤ ਝੁਕੀ ਆ, ਸਰਕਾਰ ਕੇਂਦਰ ਬਹੁਤ ਝੁਕੀ ਆ, ਇੱਕਦਮ ਸਾਰਾ ਕੁਝ ਕਿ ਤਿੰਨੇ ਖੇਤੀ ਕਾਨੂੰਨ ਕੈਬਨਿਟ ਬੁਲਾਓ, ਲੋਕ ਸਭਾ 'ਚ, ਰਾਜ ਸਭਾ 'ਚ, ਰਾਸ਼ਟਰਪਤੀ ਦੀ ਮੋਹਰ, ਬਾਕੀ ਮੰਗਾਂ ਵੀ, ਸਾਰੀਆਂ ਚੀਜ਼ਾਂ ਮੰਨਣ ਨੂੰ ਤਿਆਰ ਹੋ ਗਏ। ਇਹ ਤੁਸੀਂ ਦੇਖੋ ਇਹਦੇ ਪਿੱਛੇ ਇਹ ਪੋਲਿਟਿਕਸ ਜਿਹੜੀ ਸਾਹਮਣੇ ਚੱਲ ਰਹੀ ਆ ਉਹ ਨਹੀਂ ਆ ਨਾ। ਕਰਤਾਰਪੁਰ ਸਾਹਿਬ ਲਾਂਘਾ ਖੋਲਣਾ, ਨਾਲ ਹੀ ਕੁਝ ਸਾਡੇ ਬੰਦੀ ਸਿੰਘ ਰਿਹਾ ਹੋ ਰਹੇ ਆ। ਬਿਲਕੁਲ, ਇੱਥੋਂ ਤੱਕ ਕਿ ਇਹ ਵੀ ਗੱਲ ਸੁਣੀ ਗਈ ਆ ਵੀ ਚੰਡੀਗੜ੍ਹ ਵੀ ਪੰਜਾਬ ਨੂੰ ਦੇਣ ਦੀ ਕੰਸੀਡਰ ਕੀਤੀ ਜਾ ਰਹੀ ਆ। ਤੁਸੀਂ ਵੇਖੋ ਗੱਲਾਂ ਨੂੰ। ਫਿਰ ਪੰਜਾਬ ਦੇ ਪਾਣੀਆਂ ਦਾ ਮਸਲੇ ਨੂੰ ਵੀ ਸੁਣਨ ਨੂੰ ਤਿਆਰ ਹੋ ਗਏ, ਔਰ ਉਸ ਮਸਲੇ ਨੂੰ ਜਿਸ ਮਸਲੇ ਤੇ ਸੁਪਰੀਮ ਕੋਰਟ ਨੇ ਸਾਡੇ ਉਲਟ ਫੈਸਲਾ ਦਿੱਤਾ ਹੋਇਆ। ਸੋ ਇਹ ਪਾਵਰ ਕਿੱਥੋਂ ਆਈ ਆ ਪੰਜਾਬ ਕੋਲੇ ਆਲ ਆਫ ਅ ਸਡਨ? ਇਹ ਕਿਉਂ ਸਿਚੁਏਸ਼ਨ ਪੈਦਾ ਹੋਈ ਆ? ਹੁਣ ਇਹ ਤਾਂ ਸਕਾਲਰਸ ਤੇ ਇੰਟੈਲੈਕਚੁਅਲਸ ਦਾ ਕੰਮ ਆ। ਇਹ ਇੱਥੇ ਆਪਾਂ ਇੱਕ ਇੰਟਰਵਿਊ 'ਚ 10 ਮਿੰਟ 5 ਮਿੰਟ ਕੋਈ ਗੱਲ ਕਰ ਲਾਂਗੇ, ਉਹਦੇ 'ਚ ਨਹੀਂ ਇਹ ਗੱਲਾਂ ਕੀਤੀਆਂ ਜਾ ਸਕਦੀਆਂ। ਪਰ ਇਹ ਇਸ਼ਾਰਾ ਜ਼ਰੂਰ ਮੈਂ ਦੇ ਰਿਹਾ ਜੀ, ਔਰ ਇਸ਼ਾਰਾ ਉਹਨਾਂ ਬੰਦਿਆਂ ਨੂੰ ਦੇ ਰਿਹਾ ਵੀ ਸੈਂਟਰ ਸਾਨੂੰ ਅਪੀਜ਼ ਕਰ ਰਹੀ ਆ। ਇਸ ਅਪੀਜ਼ਮੈਂਟ 'ਚ ਹਜੇ ਅਸੀਂ ਆਉਣਾ ਕਿ ਨਹੀਂ ਆਉਣਾ, ਇਹ ਕਲੈਕਟਿਵ ਡਿਸੀਜਨ ਲੈਤਾ ਜਾਣਾ ਚਾਹੀਦਾ। ਤੇ ਸਾਡੇ ਇਹਦੇ 'ਚ ਇਦੋਂ ਬਾਅਦ ਨੈਗੋਸੀਏਸ਼ਨ ਸਕਿੱਲਸ ਕੀ ਹੋਣੇ ਚਾਹੀਦੇ ਆ, ਸਾਨੂੰ ਕਿਵੇਂ ਆਪਦੇ ਆਪ ਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ, ਇਹ ਵੀ ਕਲੈਕਟਿਵ ਡਿਸੀਜਨ ਲੈਣਾ ਚਾਹੀਦਾ। ਤੇ ਇੱਥੇ ਪੰਜਾਬ ਲਈ ਲੜਨ ਦਾ ਦਾਵਾ ਉਹੀ ਕਰੇ ਜੋ ਪੰਜਾਬ ਦੀ ਅਸਲ ਲੜਾਈ ਲੜ ਰਿਹਾ ਹੋਵੇ, ਔਰ ਅਸਲ ਲੜਾਈ ਨੂੰ ਆਈਡੈਂਟੀਫਾਈ ਕਰਨ ਵਾਸਤੇ ਵੀ ਇੰਟੈਲੈਕਚੁਅਲਸ ਦੀ ਤੇ ਸਾਡੇ ਸਕਾਲਰਸ ਦੀ ਲੋੜ ਆ। ਅਦਰਵਾਈਜ਼ ਦਾਵਾ ਸਭ ਕਰਦੇ ਆ 70 ਸਾਲਾਂ ਤੋਂ ਵੀ ਪੰਜਾਬ ਦੀ ਲੜਾਈ ਲੜ ਰਹੇ ਆ, ਪਰ ਲਗਾਤਾਰ ਅਸੀਂ ਨਿਘਾਰ ਵੱਲ ਜਾ ਰਹੇ ਆ। ਸੋ ਮੇਰੀ ਤਾਂ ਇੱਕ ਇਹੀ ਬੇਨਤੀ ਆ, ਮੈਂ ਕਿਸੇ ਦਾ ਬਿਆਨ ਨੂੰ ਵੀ ਕਿਸੇ ਆਪਦੀ ਨਿੱਜ ਦੀ ਵਿਰੋਧਤਾ ਜਾਂ ਨਫ਼ਰਤ ਚੋਂ ਨਹੀਂ ਦਿੰਦਾ ਹੁੰਦਾ। ਉਹਦੇ ਪਿੱਛੇ ਕੋਈ ਨਾ ਕੋਈ ਸਿਧਾਂਤ ਪਿਆ ਹੁੰਦਾ, ਉਹਦੇ ਪਿੱਛੇ ਕੋਈ ਨਾ ਕੋਈ ਲੌਜਿਕ ਪਿਆ ਹੁੰਦਾ, ਤੇ ਉਹਨੂੰ ਮੈਂ ਐਕਸਪਲੇਨ ਕਰ ਸਕਦਾ। ਸੋ ਸਿਧਾਂਤ ਤੇ ਕੋਈ ਸਮਝੌਤਾ ਨਹੀਂ, ਫਿਰ ਜੋ ਮਰਜ਼ੀ ਖੜਾ ਹੋਵੇ ਸਾਹਮਣੇ। ਚਲੋ, ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ। ਦੀਪ ਸਿੱਧੂ ਹੋਰਾਂ ਨੇ ਇੱਕ ਗੱਲ ਕਹੀ ਵੱਡੀ ਕਿ ਸਟੇਟ ਨੂੰ ਵੱਧ ਅਧਿਕਾਰਾਂ ਦੀ ਲੋੜ ਹੈ ਜੇਕਰ ਪੰਜਾਬ ਦੇ ਮਸਲਿਆਂ ਦਾ ਹੱਲ ਕਰਨਾ ਹੈ। ਸਿਰਫ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਪੰਜਾਬ ਦੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਤੁਸੀਂ ਵੀ ਜ਼ਰੂਰ ਸੋਚਿਓ। ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ, ਸਾਨੂੰ ਦਿਓ ਇਜਾਜ਼ਤ। ਧੰਨਵਾਦ।